ਸਤਨਾਮ ਵਾਹਿਗੁਰੂ ਸਾਹਿਬ ਜੀਓ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦਿਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਇਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਤਿਨ ਜਾਏ। ਸੰਸਾਰ ਸਾਗਰ ਤੇ ਰਖਿਅਨ, ਬੋੜ ਨ ਜਨਮੈ ਤਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਗੁਰਗੱਦੀ ਤੇ ਸੁਭਾਈਮਾਨ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਨਾਮ ਕੇ ਜਹਾਜ਼ ਹਲਤ ਪਲਤ ਦੇ ਰੱਖਿਅਕ, ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਸੁਸ਼ੋਭਿਤ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਵਡਭਾਗੇ ਹੋ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਾਲਿਆਂ ਪਾਸੋਂ ਆਪ ਜੀ ਬੜੇ ਹੀ ਪਿਆਰ ਅਦਬ ਸਹਿਤ ਸਰਵਣ ਕਰ ਰਹੀ ਸੀ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ 12 ਮਾਹ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਦੇ ਵਿੱਚ ਇਕਾਗਰਤ ਕਰੋ। ਸੁਰਤੀਆਂ ਨੂੰ ਗੁਰੂ ਸ਼ਬਦ ਨਾਲ ਜੋੜੋ। ਬੜੇ ਹੀ ਪਿਆਰ ਅਦਬ ਸਹਿਤ ਰਸ ਭਰੀ ਆਵਾਜ਼ ਵਿੱਚ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਚਮ ਗੁਰਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅੱਜ ਦੇ ਇਲਾਹੀ ਅੰਮ੍ਰਿਤਮਈ ਬਚਨ ਮਾਝ ਰਾਗ ਦੇ ਅੰਦਰ 12 ਮਾਹ ਬਾਣੀ ਦੇ ਵਿੱਚ ਸ਼ੋਭਿਤ ਹਨ। ਕੱਲ ਦੇ ਦਿਨ ਤੱਕ ਮਾਘ ਦੇ ਮਹੀਨੇ ਦੇ ਸ਼ਬਦ ਦੀ ਵਿਚਾਰ ਤੱਕ ਆਪ ਜੀ ਸਰਵਣ ਕਰ ਚੁੱਕੇ ਹੋ। ਆਖਰੀ ਦੇਸੀ ਸਾਲ ਦਾ ਮਹੀਨਾ ਫਲਗੁਣ, ਇਸ ਸ਼ਬਦ ਦੀ ਵਿਚਾਰ ਅੱਜ ਆਰੰਭ ਹੈ। ਮਾਘ ਦੇ ਮਹੀਨੇ ਦੇ ਵਿੱਚ ਆਤਮਿਕ ਸੁਚਤਾ ਦੀ ਗੱਲ ਕੀਤੀ ਗਈ। ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਜਿਸ ਜੀਵ ਦੇ ਉੱਤੇ ਪੂਰਾ ਗੁਰੂ ਮਿਹਰ ਕਰ ਦੇ, ਉਹ ਆਤਮਿਕ ਤੌਰ ਤੇ ਸੁੱਚਾ ਆਖਿਆ ਜਾਂਦਾ ਹੈ। ਇਸ ਮਹੀਨੇ ਭਾਵ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਸ ਅਵਸਥਾ ਦੇ ਵਿੱਚ ਅੰਦਰੋਂ ਮੇਰ ਤੇਰ ਦੁਬਦਾ ਵਿਤਕਰਿਆਂ ਦੀ ਸਾਰੀ ਮੈਲ ਉਤਰ ਗਈ। ਪ੍ਰਭੂ ਦਾ ਮਿਲਾਪ ਨਜ਼ਦੀਕ ਹੈ। ਇੰਨਾ ਨਜ਼ਦੀਕ ਕਿ ਪ੍ਰਭੂ ਹੈ ਹੀ ਅੰਦਰ ਸੀ। ਹੈ ਹਦੂਰ ਕਤ ਦੂਰ ਬਤਾਵੋ,
दूंदर बंदो सुंदर पाओ। है हाजिर ही क्यों दूर दस रहे हो। दूंदर दुबदा मेर तेर दे वितकरे ये बन लो, उस सुंदर ਨੂੰ ਪ੍ਰਾਪਤ ਕਰ ਲਓ। ਮਾਘ ਦਾ ਮਹੀਨਾ ਜੀਵਨ ਵਿੱਚ ਉਦੋਂ ਪੈਦਾ ਹੋ ਜਾਂਦਾ ਹੈ ਜਦੋਂ ਮੇਰ ਤੇਰ ਊਚ ਨੀਚ ਦੇ ਵਿਤਕਰੇ ਮੁੱਕ ਜਾਣਾ। ਜਿੰਨਾ ਚਿਰ ਇਹ ਵਿਤਕਰਾ ਹੈ, ਇਹ ਊਚ ਇਹ ਨੀਚ ਅੰਦਰ ਮੈਲ ਹੈ ਦੁਬਦਾ ਦੀ, ਮੇਰ ਤੇਰ ਦੀ, ਜਾਤ ਪਾਤ ਦੀ, ਊਚ ਨੀਚ ਦੇ ਭੇਦ ਭਾਵ ਦੀ, ਉਹਨਾਂ ਚਿਰ ਉਹ ਪ੍ਰਭੂ ਨਹੀਂ ਹੈ। ਅੰਦਰ ਮੈਲ ਹੋਵੇ और ये जात पात दी मैल, ये ऊच ये नीच ये ब्राह्मण ये शूद्र ये सुच्चा ये झूठा बाहर दी सोच पिट दे विच जिन्ना चिर मनुख फसिया होया है, जिन्ना चिर जात पात विच फसे है, उन्ना चिर तक कदी भी ये प्रभु नूं दूसरे चों देख ही नहीं सकदा। हुण याद रखियो, ये जात पात सिर्फ पुरखां दे विच है, औरतां विच नहीं। बड़ी हैरानी दी गल है कि जिस जात पात नूं औरतां वल्लों कंडेम किया जाना चाहिए सी, औरतां ही इहदा ज़्यादा बढ़ावा कर दिंदियां ने। कदे रिश्ता देखना है, आदमी भावें गल कही ना कही, औरत जरूर कहती भी बरादरी देख लियो जी, खानदान दे विच होनी चाहिए है, ये शादी बरादरी च होनी चाहिए, रिश्ता बरादरी च होना चाहिए। औरतों को सब तो वध जात पात के खिलाफ आवाज़ उठानी चाहिए है। क्यों? क्योंकि जात पात औरतों की होंद, उन्हों की एग्जिस्टेंस नूं कंडेम करती है, औरतों की होंद नूं खत्म करती है जात पात। जिस दिन मनु ने मनु सिमरती लिखी, उन्हें वर्ण वंड की मनुखों की, ये ब्रह्मा के मूँह चों पैदा होया ब्राह्मण है, ये ब्रह्मा के पैरों चों पैदा होया शूद्र है, ये बाहां चों पैदा होया है खतरी है, पेड़ तो पैदा होया है वैश्य है। उदों नाल एक गल होर सामने आई कि ये जात पात आदमियां दी है, औरतां दी नहीं। क्यों? क्योंकि औरत विच रूह ही नहीं हुंदी, औरत विच आत्मा ही नहीं हुंदी, उत्ते केवल मांस दा लोथड़ा है। औरत केवल एक मांस दा लोथड़ा है, उहदे च रूह नहीं, जीवन नहीं, ਉਹਦੇ 'ਚ आत्मा नहीं हुंदी। इस करके जिहदे विच जीवन ही नहीं है, उसकी जात कादी। हाँ, वो पिता दे घर रवे ते पिता दे नाम की जात अपने नाम नाल लिख लवे, विआह करके पति दे घर जाए ते पति दे नाम की जात लिख ले, ताकि पछाण हो जाए ये किस जात वाले आदमी की पत्नी है, उसकी अपनी कोई जात नहीं है, अपनी कोई गोत नहीं है उसकी। पिता दे घर रवे ते पिता वाली जात को लिख लवे, विआह के पति दे घर जाए तो पति वाली जात को लिख लवे, क्योंकि वो रूह नहीं, वो आत्मा नहीं है, वो होंद नहीं है जगत ते, सिर्फ मांस का लुथड़ा उस तो ज़्यादा नहीं है। इस करके वो जात पात नहीं है। जिहड़ी जात पात औरत जाति का खंडन करती होवे, इहदा मतलब औरतां नूं जात पात के खिलाफ ज़्यादा आवाज़ उठानी चाहिए है, क्योंकि जात पात यह गल कह रही है कि आदमियों की होंद है इस धरती ते, औरतां की नहीं। और जिन्ना चिर आ वितकरे होणगे, ये ऊच ये नीच, उन्ना चिर दूजे चो रब देखा नहीं जा सकता। माघ वो आत्मिक जीवन की 11वीं अवस्था है, 11वीं पौड़ी है, जिस अवस्था दे विच वितकरे मुक जाते हैं, अंदरों मेर तेर ऊच नीच की मैल धोती जाती है, सुच पिट दे भरम मुक जाते हैं, वो सुच्चा हो जाता है। माघ सुच्चे से कांडिए जिन पूरा गुर मेहरबान, जिहदे उपर गुरु मेहर करके अपना ज्ञान गुरु दे दे, जिन्हों गुरमत प्राप्त हो जाए, उहदे मेहर तेर दे वितकरे मुक जाते हैं। फिर प्रभु प्रगट होएगा, फिर आखिरी मंजिल प्राप्त हो जाती है, जिस मंजिल की दौड़ सी 11 पौड़ियां चढ़ के हुण आखिरी मंजिल प्राप्त हो गई। वो केड़ी है? फलगुण आनंद उपार्जना हर सज्जन प्रगटे आए। फिर ये 12वां महीना फलगुण, इनू फग्गण नहीं कहा, महीना फग्गण है, पर सतगुरु पातशाह जी ने फलगुण रूप इसका नाम दिता। फलगुण मैंने वो महीना जदों कोई बीज बीजा जाता है,
बीज बीजन का यह मनोरथ हुंदा है कि यह बीज पुंगर जाए, पौधा बन जाए, रुख बन जाए, इनू फुल लग जाण, फुलों तो बाद इनू मिठे फल लग जाण। जो फल लग जाते हैं बीज का मनोरथ पूरा हो जाता है। बीज बीजन का यह मनोरथ है कि सानू फल मिल जाए। बीज बीजिया सी चेत दा, हुण अपनी शिखर ते पहुंच गया बीज फल के उपर। तांग सी प्रभु मिल जाए, किरत कर्म के बिछुड़े कर कृपा मेलो राम। रब दे मिलाप दी तांग सी, हुण बीज शिखर ते पहुंच गया, फल तक आ गया। फल डेस्टिनेशन है, मंजिल है, फल अखीर है, शिखर है। और ये फल केवल मिठाई नहीं, गुण देने वाला फल है। इस करके फल गुण, वो महीना जिस महीने विच जीवन विच फल मिल जाए, शिखर आ जाए, जिस महीने गुण पैदा हो जाए। महीना भावें चेत का चलता होवे, जिहदे अंदर फल प्रगट हो गया, फगण च जिउंदा है। ते जे महीना फगण का चलता होवे, अजे रब अंदर प्रगट ना होया होवे, समझ लो जीवन विच फगण नहीं आया, सिर्फ कैलेंडर ही टंगिया फगण का। क्योंकि ये 12 महीने आत्मिक जीवन दियां 12 पौड़ियां ने। 11 पौड़ियां तो बाद 12वीं मंजिल है, वो है फल गुण। वो मंजिल केड़ी है? फल गुण आनंद उपार्जना। आनंद प्रगट हो गया, आनंद आ गया जीवन दे विच। जिथे सुख आउंदा है ना, उत्थे दुख भी आ जाता है। जिथे खुशी होवे, उत्थे गम भी आ जाता है। अमीरी होवे, गरीबी भी आ जाती है। मान होवे, अपमान भी आ जाता है। हर अवस्था का विरोधी शब्द या कह लो आपोजिट, उसकी अवस्था जरूर है। पर आनंद का आपोजिट वर्ड कोई नहीं है, क्योंकि आनंद की आपोजिट अवस्था कोई नहीं है, उसकी स्टेट ही कोई नहीं है उसका आपोजिट। आनंद ने आनंद ही रहने। जिथे हरख है उत्थे सोग भी है, पर जिथे आनंद आ गया उत्थे ना हरख है, ना सोग है, ना खुशी, ना गमी, ना मान, ना अपमान। उत्थे एक है, प्रभ की आज्ञा आत्म हितावे, जीवन मुक्त सो कहावे। वो जिउंदे जी मुक्त हो गया। तैसा हरख तैसा उस सोग, ਉਹਦੇ ਲਈ हरख सोग एक समान हो गए। तह सदा आनंद, सदा आनंद तय नहीं वियोग। उत्थे सदा आनंद है, रब तो विछोड़ा है ही नहीं। आनंद का विरोधी शब्द भी कोई नहीं। तैसा हरख तैसा उस सोग, सदा आनंद तय नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अभिमान, तैसा रंग तैसा राजान। जो वरताए साई जुगत, नानक ओ पुरख कही है, जीवन मुक्त है। आनंद की अवस्था ते पहुंचिया, जिउंदे जी मुक्त हो गया। सुख दुख तो, खुशी गमी तो, अपने बिगाने तो, ऊंच नीच तो, मान अपमान तो, इन्हां सारियां चीज़ां तो उच्चा उठ गया। वो किवें उठिया? जिद तक पहुंचना सी उहदे तक पहुंच गया। हर सज्जन प्रगटे आए, हरि सज्जन प्रगट हो गए। हरि सज्जन जीवन दे विच प्रगट हो गए। फल गुण आनंद उपार्जना, हर सज्जन प्रगटे आए। हुण प्रगटे आए की ने? सारी गुरबाणी ने तो क्या भी रब कण कण विच है, जरे जरे विच है, हर हिरदे विच है। घट घट में हर जू बस है, संतन क्यों पुकार। हुण कित्थों प्रगट हो गए? प्रगट होने का मतलब ये नहीं कि प्रभु जी जीवन विच आ गए। प्रगट होने का मतलब वो जीवन विच पहला ही सी। आ गए नहीं, आ गए की हुंदा है? देखो लफ्ज़ प्रगट जिहड़ा है, इसकी परिभाषा थोड़ी वखरी है। कोई गुरमुख इस गुरुद्वारे के हॉल के अंदर दाखिल होवे, असीं कह दिंदे हां फलाना सिंह आ गया, वो आया है। मेरे सामने माइक पे है, धुप हनेरा होवे, कुछ दिसदा ना होवे, पर मैं स्विच ऑन कर लवां, लाइट जग जाए, रोशनी फैल जाए, मैनू ये माइक नज़र आन लग जाए, मैं कहांगा माइक बाहरों आया है? नहीं, मैं कहांगा माइक पहले ही इत्थे सी, हुण दिसन लग गया। बस फर्क इन्ना को है। माइक पहला भी इत्थे ही सी, पहला दिसदा नहीं सी, हुण दिसन लग गया। मेरे सामने गुरबाणी की पोथी पई है,
ਘੁੱਪ ਹਨੇਰਾ ਹੋਵੇ ਮੈਨੂੰ ਪੋਥੀ ਨਜ਼ਰ ਆਉਂਦੀ ਨਹੀਂ, ਪਰ ਜੇ ਲਾਈਟ ਜਗ ਜਾਏ, ਰੋਸ਼ਨੀ ਫੈਲ ਜਾਏ, ਇਹ ਗੁਰਬਾਣੀ ਦੀ ਪੋਥੀ ਮੈਨੂੰ ਨਜ਼ਰ ਆਉਣ ਲੱਗ ਜਾਏ, ਫਿਰ ਮੈਂ ਇਹ ਥੋੜ੍ਹੇ ਕਹਾਂਗਾ ਕਿ ਪੋਥੀ ਬਾਹਰੋਂ ਆ ਗਈ। ਆਈ ਨਹੀਂ, ਇੱਥੇ ਹੀ ਸੀ, ਦਿਸਦੀ ਨਹੀਂ ਸੀ। ਜਦੋਂ ਰੋਸ਼ਨੀ ਹੋ ਗਈ, ਪ੍ਰਗਟ ਹੋ ਗਈ, ਹੁਣ ਦਿਸਣ ਲੱਗ ਗਈ। ਪ੍ਰਭੂ ਆਇਆ ਨਹੀਂ, ਉਹ ਅੰਦਰ ਹੀ ਸੀ, ਪਹਿਲਾਂ ਹੀ ਅੰਦਰ ਸੀ ਉਹ। ਹੁਣ ਤੇ ਸਿਰਫ ਗਿਆਨ ਦੀ ਰੋਸ਼ਨੀ ਪੈਦਾ ਹੋ ਗਈ। ਜਦੋਂ ਸ਼ਬਦ ਦਾ ਦੀਵਾ ਜਗਾਇਆ, ਉਹ ਪ੍ਰਗਟ ਹੋ ਗਿਆ, ਦਿਸਣ ਲੱਗ ਗਿਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਸ਼ਬਦ ਦਾ ਦੀਵਾ ਜਗਾਇਆ, ਰੋਸ਼ਨੀ ਫੈਲ ਗਈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਇਹ ਰੋਸ਼ਨੀ ਹੈ। ਜਦੋਂ ਗੁਰੂ ਨੇ ਗਿਆਨ ਦੀ ਰੋਸ਼ਨੀ ਕੀਤੀ, ਉਦੋਂ ਪ੍ਰਭੂ ਪ੍ਰਗਟ ਹੋ ਗਿਆ, ਦਿਸਣ ਲੱਗ ਗਿਆ। ਹੈ ਪਹਿਲਾਂ ਹੀ ਸੀ, ਪਹਿਲਾਂ ਪ੍ਰਗਟ ਨਹੀਂ ਸੀ, ਪਹਿਲਾਂ ਲੁਪਤ ਸੀ, ਗੁਪਤ ਸੀ, ਨਜ਼ਰ ਨਹੀਂ ਸੀ ਆਉਂਦਾ, ਹੁਣ ਪ੍ਰਗਟ ਹੋ ਗਿਆ। ਜਿਵੇਂ ਲੱਕੜ ਵਿੱਚ ਅੱਗ ਪਹਿਲਾਂ ਹੀ ਮੌਜੂਦ ਹੈ, ਪਰ ਪ੍ਰਗਟ ਨਹੀਂ ਹੁੰਦੀ। ਬਾਹਰੋਂ ਅੱਗ ਦੀ ਚਿਣਗ ਲਿਆ ਕੇ ਲਗਾਈ, ਲੱਕੜ ਦੀ ਅੱਗ ਪ੍ਰਗਟ ਹੋ ਗਈ, ਆਈ ਨਹੀਂ ਕਿਤੋਂ। ਦੁੱਧ ਵਿੱਚ ਦਹੀਂ ਹੈ, ਪਰ ਬਾਹਰੋਂ ਦਹੀਂ ਜਾਗ ਲਿਆ ਕੇ ਲਗਾਈ, ਦੁੱਧ ਵਿਚਲੀ ਦਹੀਂ ਪ੍ਰਗਟ ਹੋ ਗਈ, ਬਾਹਰੋਂ ਆਈ ਨਹੀਂ। ਇਸੇ ਤਰ੍ਹਾਂ ਪ੍ਰਭੂ ਅੰਦਰ ਹੀ ਹੈ, ਉਹ ਬਾਹਰੋਂ ਕਿਤੋਂ ਆਇਆ ਨਹੀਂ, ਸਿਰਫ ਪ੍ਰਗਟ ਹੋ ਗਿਆ, ਦਿਸਣ ਲੱਗ ਗਿਆ। ਪ੍ਰਗਟ ਹੋਣ ਦਾ ਮਤਲਬ ਅੰਦਰ ਹੀ ਸੀ, ਪਰ ਹੁਣ ਨਜ਼ਰ ਆਉਣਾ ਸ਼ੁਰੂ ਹੋ ਗਿਆ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਪ੍ਰਗਟ ਹੋ ਗਿਆ। ਕੁਝ ਦਿਨ ਪਹਿਲਾਂ ਸਵੇਰ ਦਾ ਹੁਕਮਨਾਮੇ ਦਾ ਇੱਕ ਸ਼ਬਦ ਆਇਆ ਸੀ, ਉਹਦੇ ਵਿੱਚ ਲਫ਼ਜ਼ ਆਇਆ ਸੀ, ਰੱਬ ਅਲੱਖ ਹੈ। ਅਲੱਖ ਮੈਨੇ ਜਿਹੜਾ ਦਿਸੇ ਨਾ, ਦਿਸਦਾ ਨਹੀਂ ਹੈ। ਰੱਬ ਅਗਮ ਹੈ, ਅਗਮ ਮੈਨੇ ਜਿਹਦੇ ਤੱਕ ਗਮਨ ਨਾ ਕੀਤਾ ਜਾ ਸਕੇ, ਪਹੁੰਚਿਆ ਨਾ ਜਾ ਸਕੇ, ਅਪਹੁੰਚ। ਰੱਬ ਅਗੋਚਰ ਹੈ, ਅਗੋਚਰ ਮੈਨੇ ਜਿਹੜਾ ਇੰਦਰੀਆਂ ਤੇ ਗੋਚਰੇ ਨਹੀਂ ਆਉਂਦਾ, ਜਿਹਨੂੰ ਇੰਦਰੀਆਂ ਫੜ ਨਹੀਂ ਸਕਦੀਆਂ। ਫਿਰ ਇੱਕ ਸਵਾਲ ਪੈਦਾ ਹੋਇਆ ਕਿ ਰੱਬ ਅਲੱਖ ਹੈ, ਦਿਸਦਾ ਨਹੀਂ ਹੈ, ਫਿਰ ਇਹਨੇ ਅਡੰਬਰ ਕਾਹਦੇ ਨੇ? ਗੁਰਦੁਆਰੇ ਆਉਣਾ, ਨਿਤਨੇਮ, ਪਾਠ, ਸੇਵਾ, ਸਿਮਰਨ, ਸਾਧਨਾ, ਪੂਜਾ, ਇਹ ਫਿਰ ਅਡੰਬਰ ਕਿਸ ਚੀਜ਼ ਦੇ ਨੇ? ਜੇ ਉਹ ਅਲੱਖ ਹੈ, ਦਿਸਦਾ ਹੀ ਨਹੀਂ, ਉਹ ਲੱਖਿਆ ਹੀ ਨਹੀਂ ਜਾ ਸਕਦਾ। ਜੇ ਰੱਬ ਅਗਮ ਹੈ, ਉਹਦੇ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ। ਰੱਬ ਅਪਹੁੰਚ ਹੈ, ਅਗਮ ਮੈਨੇ ਅਪਹੁੰਚ, ਜਿਹਦੇ ਤੱਕ ਗਮਨ ਨਾ ਹੋ ਸਕੇ, ਪਹੁੰਚਿਆ ਨਾ ਜਾ ਸਕੇ, ਅਪਹੁੰਚ। ਜੇ ਰੱਬ ਅਪਹੁੰਚ ਹੈ, ਉਹਦੇ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ, ਫਿਰ ਏਡੇ ਧਾਰਮਿਕ ਕਰਮਕਾਂਡ ਕਿਸ ਵਾਸਤੇ ਨੇ? ਫਿਰ ਇੱਥੇ ਬੈਠੇ ਕੀ ਕਰ ਰਹੇ ਆ? ਉਹਦੇ ਤੱਕ ਤੇ ਪਹੁੰਚਿਆ ਨਹੀਂ ਜਾ ਸਕਦਾ। ਜੇ ਰੱਬ ਅਗੋਚਰ ਹੈ, ਇੰਦਰੀਆਂ ਦੇ ਗੋਚਰੇ ਆਉਂਦਾ ਹੀ ਨਹੀਂ, ਨਾ ਅੱਖਾਂ ਦੇਖ ਸਕਦੀਆਂ ਨੇ, ਨਾ ਕੰਨ ਉਹਨੂੰ ਸੁਣ ਸਕਦੇ ਨੇ, ਨਾ ਨਾਸਕਾ ਉਹਨੂੰ ਸੁੰਘ ਸਕਦੀ ਹੈ, ਨਾ ਚਮੜੀ ਉਹਨੂੰ ਸਪਸ਼ਟ ਕਰ ਸਕਦੀ ਹੈ। ਜੇ ਉਹ ਇੰਦਰੀਆਂ ਦੇ ਗੋਚਰੇ ਹੈ ਹੀ ਨਹੀਂ, ਫਿਰ ਖੋਜ ਕਿਹਦੀ ਕਰ ਰਹੇ ਹਾਂ? ਫਿਰ ਕਿਹਨੂੰ ਪ੍ਰਗਟ ਕਰ ਰਹੇ ਹਾਂ? ਕਿਉਂਕਿ ਰੱਬ ਤੇ ਨਾ ਦਿਸਦਾ ਹੈ, ਨਾ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ, ਨਾ ਇੰਦਰੀਆਂ ਉਹਦੇ ਤੱਕ ਪਹੁੰਚ ਸਕਦੇ ਨੇ। ਦੋ ਲਫ਼ਜ਼, ਇੱਕ ਪ੍ਰਭੂ ਦੇ ਪ੍ਰਤੀ ਲਫ਼ਜ਼ ਹੈ ਰੱਬ ਪ੍ਰਕਾਸ਼ਮਾਨ ਹੋ ਜਾਣਾ, ਰੱਬ ਪ੍ਰਕਾਸ਼ਿਤ ਹੋ ਜਾਣਾ, ਕਿ ਪ੍ਰਭੂ ਪ੍ਰਕਾਸ਼ਮਾਨ ਹੋ ਗਿਆ ਜੀਵਨ ਵਿੱਚ। ਦੂਸਰਾ ਰੱਬ ਦੇ ਪ੍ਰਤੀ ਲਫ਼ਜ਼ ਹੈ ਰੱਬ ਦਾ ਅਨੁਭਵ ਆ ਗਿਆ। ਦੋਨਾਂ ਚੋਂ ਕਿਹੜਾ ਸੱਚ ਹੋਏਗਾ? ਰੱਬ ਪ੍ਰਕਾਸ਼ਮਾਨ ਹੁੰਦਾ ਹੈ ਕਿ ਰੱਬ ਅਨੁਭਵ ਹੈ? ਜੇ ਤੇ ਉਹ ਪ੍ਰਕਾਸ਼ਮਾਨ ਹੁੰਦਾ ਹੈ, ਫਿਰ ਉਹ ਤਿੰਨ ਚੀਜ਼ਾਂ ਪੱਕੀਆਂ ਨੇ। ਕਿਉਂਕਿ ਜਿਹੜੀ ਚੀਜ਼ ਪ੍ਰਕਾਸ਼ਮਾਨ ਹੋਏਗੀ, ਉਹਦੇ ਤੇ ਸਾਡੇ ਦਰਮਿਆਨ ਡਿਸਟੈਂਸ ਜ਼ਰੂਰ ਹੋਏਗਾ, ਵਿੱਥ ਜ਼ਰੂਰ ਹੋਏਗੀ। ਆਪ ਮੇਰੇ ਸਾਹਮਣੇ ਬੈਠੇ ਹੋ, ਆਪ ਪ੍ਰਕਾਸ਼ਮਾਨ ਹੋ ਰਹੇ ਹੋ, ਮੇਰੇ ਤੋਂ ਦੂਰ ਹੋ ਤੁਸੀਂ, ਮੈਂ ਤੁਹਾਨੂੰ ਦੇਖ ਰਿਹਾ, ਫਾਸਲਾ ਹੈ ਨਾ ਵਿਚਕਾਰ। ਭਾਵੇਂ ਬਿਲਕੁਲ ਥੋੜਾ ਫਾਸਲਾ, ਭਾਵੇਂ ਇੱਕ ਕਦਮ ਦਾ ਹੀ ਕਿਉਂ ਨਾ ਹੋਵੇ, ਮੈਂ ਇਸ ਮਾਈਕ ਨੂੰ ਦੇਖ ਰਿਹਾ, ਮੇਰੇ ਸਭ ਤੋਂ ਨੇੜੇ ਇਸ ਟਾਈਮ, ਪਰ ਫਿਰ ਵੀ ਵਿੱਥ ਤੇ ਹੈ ਨਾ ਵਿੱਚ। ਭਾਵੇਂ ਕੁਝ ਇੰਚਾਂ ਦੀ ਵਿੱਥ ਹੋਵੇ, ਭਾਵੇਂ ਕੁਝ ਸੈਂਟੀਮੀਟਰਸ ਦੀ ਵਿੱਥ ਹੋਵੇ, ਵਿੱਥ ਤੇ ਹੈ, ਮੈਂ ਤਾਂ ਹੀ ਦੇਖ ਰਿਹਾ।
ਇੱਕ ਵਿਗਿਆਨੀ ਦੂਰਬੀਨ ਦੇ ਨਾਲ ਆਸਮਾਨ ਵਿੱਚ ਤਾਰੇ ਦੇਖ ਰਿਹਾ ਹੈ। ਉਹਨੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਅਨੰਤ ਤਾਰੇ ਦੇਖੇ ਆਸਮਾਨ ਦੇ ਵਿੱਚ। ਹੁਣ ਦੂਰਬੀਨ ਦੇ ਨਾਲ ਆਸਮਾਨ ਦੇ ਤਾਰੇ ਤੇ ਨਜ਼ਰ ਆ ਸਕਦੇ ਨੇ, ਪਰ ਜੇ ਭਲਾ ਵਿਗਿਆਨੀ ਨੇ ਆਪਣੇ ਆਪ ਨੂੰ ਦੇਖਣਾ ਹੋਵੇ ਫਿਰ ਵੀ ਦੂਰਬੀਨ ਚਾਹੀਦੀ ਹੈ। ਜੇ ਉਸ ਸਾਇੰਟਿਸਟ ਨੇ ਆਪਣੇ ਆਪ ਨੂੰ ਦੇਖਣਾ ਹੋਵੇ ਤੇ ਕਦੇ ਮੈਂ ਦੂਰਬੀਨ ਨਾਲ ਹੁਣ ਆਪਣੇ ਆਪ ਨੂੰ ਦੇਖ ਲਵਾਂ, ਨਹੀਂ, ਆਪਣੇ ਆਪ ਨੂੰ ਦੇਖਣ ਵਾਸਤੇ ਦੂਰਬੀਨ ਨਹੀਂ ਚਾਹੀਦੀ, ਬਾਹਰ ਦੇਖਣ ਵਾਸਤੇ ਦੂਰਬੀਨ ਚਾਹੀਦੀ ਹੈ। ਜੇ ਰੱਬ ਪ੍ਰਕਾਸ਼ਮਾਨ ਹੁੰਦਾ ਹੈ, ਇੱਕ ਤੇ ਉਹ ਦੂਰ ਹੈ, ਤਾਰੇ ਵਿਗਿਆਨੀ ਤੋਂ ਦੂਰ ਨੇ। ਵਿਗਿਆਨੀ ਨੇ ਆਪਣੇ ਆਪ ਨੂੰ ਦੇਖਣਾ ਹੈ, ਆਪਣੇ ਆਪ ਤੋਂ ਦੂਰ ਨਹੀਂ ਹੈ। ਜਿਹਨੇ ਤਾਰੇ ਦੇਖਣੇ ਨੇ ਉਹ ਦੂਰ ਨੇ। ਜੇ ਰੱਬ ਪ੍ਰਕਾਸ਼ਮਾਨ ਹੁੰਦਾ ਹੈ, ਇਹਦਾ ਮਤਲਬ ਦੂਰ ਹੈ, ਜਿਹਨੂੰ ਅਸੀਂ ਦੇਖ ਸਕਦੇ ਹਾਂ। ਸਾਡੇ ਤੇ ਉਹਦੇ ਵਿਚਕਾਰ ਵਿੱਥ ਹੈ। ਦੂਸਰਾ, ਜੇ ਰੱਬ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਉਹ ਰੋਸ਼ਨੀ ਦਾ ਮੁਹਤਾਜ ਹੈ, ਕਿਉਂਕਿ ਆਪਣੇ ਤੋਂ ਦੂਰ ਪਈ ਚੀਜ਼ ਨੂੰ ਦੇਖਣ ਦੇ ਲਈ ਰੋਸ਼ਨੀ ਵੀ ਚਾਹੀਦੀ ਹੈ। ਪ੍ਰਕਾਸ਼ ਤੋਂ ਬਿਨਾਂ ਅਸੀਂ ਕੋਈ ਚੀਜ਼ ਦੇਖ ਨਹੀਂ ਸਕਦੇ। ਮੈਂ ਆਪ ਜਿਹਨੂੰ ਦੇਖ ਰਿਹਾ, ਇੱਥੇ ਬਲਬ ਟਿਊਬਾਂ ਜਗ ਰਹੀਆਂ ਨੇ, ਮੈਂ ਤਾਂ ਦੇਖ ਰਿਹਾ। ਹਨੇਰਾ ਹੋਏਗਾ ਮੈਂ ਕਿਵੇਂ ਦੇਖ ਸਕਾਂਗਾ? ਫਿਰ ਰੱਬ ਰੋਸ਼ਨੀ ਦਾ ਮੁਹਤਾਜ ਹੋ ਜਾਏਗਾ। ਫਿਰ ਉਹਨੂੰ ਦੇਖਣ ਵਾਸਤੇ ਸੱਚਮੁੱਚ ਦੀਵੇ ਬਾਲਣੇ ਪੈਣਗੇ, ਟਿਊਬਾਂ ਲਾਈਟਾਂ ਜਗਾਉਣੀਆਂ ਪੈਣਗੀਆਂ, ਫਿਰ ਹੀ ਦਿਸੇਗਾ। ਇਹਦਾ ਮਤਲਬ ਰੱਬ ਦੀ ਵੀ ਮੁਹਤਾਜ ਹੈ, ਰੋਸ਼ਨੀ ਦਾ ਮੁਹਤਾਜ ਹੈ। ਸੇਠ ਨੇ ਆਪਣੇ ਨੌਕਰ ਨੂੰ ਕਿਹਾ, ਸਰਦੀਆਂ ਦੇ ਦਿਨ, ਸੇਠ ਨੌਕਰ ਨੂੰ ਆਖਦੇ ਬਾਹਰ ਜਾ ਕੇ ਦੇਖ ਕੇ ਆ, ਸੂਰਜ ਚੜਿਆ ਕਿ ਨਹੀਂ ਚੜਿਆ। ਨੌਕਰ ਬਾਹਰ ਗਿਆ, ਵਾਪਸ ਆਇਆ, ਕਹਿਣ ਲੱਗਾ ਸੇਠ ਜੀ ਬਾਹਰ ਹਨੇਰਾ ਬਹੁਤ ਹੈ। ਸੇਠ ਕਹਿਣ ਲੱਗਾ ਇਸ ਤਰ੍ਹਾਂ ਕਰ, ਤੂੰ ਦੀਵਾ ਜਗਾ ਕੇ ਦੇਖ ਕੇ ਆ, ਸੂਰਜ ਚੜਿਆ ਕਿ ਨਹੀਂ ਚੜਿਆ। ਜੇ ਬਾਹਰ ਹਨੇਰਾ ਹੈ ਤੂੰ ਦੀਵਾ ਲੈ ਜਾ ਜਗਾ ਕੇ, ਦੀਵਾ ਜਗਾ ਕੇ ਦੇਖ ਸੂਰਜ ਚੜਿਆ ਕਿ ਨਹੀਂ ਚੜਿਆ। ਹੁਣ ਸੂਰਜ ਨੂੰ ਦੇਖਣ ਵਾਸਤੇ ਦੀਵਾ ਜਗਾਉਣ ਦੀ ਲੋੜ ਨਹੀਂ, ਸੂਰਜ ਤੇ ਆਪ ਆਪਣੇ ਆਪ 'ਚ ਪ੍ਰਕਾਸ਼ ਹੈ, ਉਹ ਤੇ ਪ੍ਰਕਾਸ਼ ਦਾ ਸੋਮਾ ਹੈ। ਭਲਾ ਸੂਰਜ ਨੂੰ ਦੇਖਣ ਵਾਸਤੇ ਵੀ ਦੀਵੇ ਜਗਾਉਣੇ ਪੈਣਗੇ। ਜੇ ਪ੍ਰਭੂ ਖੁਦ ਪ੍ਰਕਾਸ਼ ਰੂਪ ਹੈ ਕਿ ਉਹਨੂੰ ਦੇਖਣ ਵਾਸਤੇ ਵੀ ਸਾਨੂੰ ਦੀਵੇ ਬਾਲਣੇ ਪੈਣਗੇ। ਉਹ ਤੇ ਖੁਦ ਪ੍ਰਕਾਸ਼ ਦਾ ਸੋਮਾ ਹੈ, ਉਹ ਤੇ ਪੂਰੀ ਦੁਨੀਆ ਨੂੰ ਤਾਕਤ ਦੇ ਰਿਹਾ ਹੈ, ਸੂਰਜਾਂ ਨੂੰ ਚਲਾ ਰਿਹਾ ਹੈ, ਸੂਰਜਾਂ ਨੂੰ ਰੋਸ਼ਨੀ ਦੇ ਰਿਹਾ ਹੈ, ਗ੍ਰਹਿ ਨਛੱਤਰਾਂ ਨੂੰ ਰੋਸ਼ਨੀ ਦੇ ਰਿਹਾ ਹੈ, ਜੀਵਾਂ ਨੂੰ ਜੋਤ ਦੇ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹੀ ਤੇ ਰੋਸ਼ਨੀ ਦੇ ਰਿਹਾ ਸਾਰਿਆਂ ਨੂੰ। ਤੇ ਉਹ ਜੋਤ ਕਿਵੇਂ ਪ੍ਰਗਟ ਹੋਏਗੀ? ਉਹਨੂੰ ਦੇਖਣ ਵਾਸਤੇ ਸਾਨੂੰ ਜੋਤ ਜਗਾਣੀ ਪਏਗੀ। ਕਹਿਣ ਲੱਗੇ ਨਹੀਂ, ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਲੈ ਲਈ, ਗੁਰੂ ਦਾ ਗਿਆਨ ਲੈ ਲਈ, ਫਿਰ ਉਹ ਪ੍ਰਗਟ ਹੋ ਜਾਏਗਾ। ਔਰ ਪ੍ਰਗਟ ਹੋਏ, ਆਏਗਾ ਨਹੀਂ ਕਿਤੋਂ, ਹੈ ਅੰਦਰ ਹੀ। ਗੁਰ ਸਾਖੀ ਜੋਤ ਪ੍ਰਗਟ ਹੋਏ, ਉਹ ਪ੍ਰਗਟ ਹੋ ਜਾਏਗਾ। ਜਿਸ ਦਿਨ ਗਿਆਨਵਾਨ ਹੋ ਜਾਏਗਾ ਉਸ ਦਿਨ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਜੇ ਰੱਬ ਬਾਹਰ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਤੇ ਰੋਸ਼ਨੀ ਦਾ ਮੁਹਤਾਜ ਹੈ, ਫਿਰ ਤੇ ਬਾਹਰੋਂ ਲਾਈਟਾਂ ਜਗਾਣੀਆਂ ਹੀ ਪੈਣਗੀਆਂ। ਜੇ ਪ੍ਰਭੂ ਬਾਹਰ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਤੀਜੀ ਗੱਲ, ਉਹ ਅੱਖਾਂ ਦਾ ਵੀ ਮੁਹਤਾਜ ਹੈ, ਕਿਉਂਕਿ ਅੱਖਾਂ ਹੋਣਗੀਆਂ ਤੇ ਦੇਖ ਸਕਾਂਗੇ। ਮੈਂ ਆਪ ਜੀ ਨੂੰ ਦੇਖ ਰਿਹਾ, ਅੱਖਾਂ ਹਨ ਤੇ ਦੇਖ ਰਿਹਾ। ਕੋਈ ਅੰਨਾ ਮਨੁੱਖ ਹੋਵੇ ਉਹ ਨਹੀਂ ਦੇਖ ਸਕੇਗਾ। ਜੇ ਰੱਬ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਰੱਬ ਅੱਖਾਂ ਦਾ ਵੀ ਮੁਹਤਾਜ ਹੈ। ਕਿਸੇ ਕੋਲ ਅੱਖਾਂ ਹੋਣਗੀਆਂ ਤੇ ਉਹ ਰੱਬ ਨੂੰ ਦੇਖ ਸਕੇਗਾ। ਜੇ ਕਿਸੇ ਕੋਲ ਅੱਖਾਂ ਨਹੀਂ ਫਿਰ ਅੰਨੇ ਮਨੁੱਖ ਨੂੰ ਕਦੀ ਵੀ ਰੱਬ ਦੇ ਦਰਸ਼ਨ ਨਹੀਂ ਹੋ ਸਕਦੇ। ਰੱਬ ਤੇ ਖੁਦ ਮੁਹਤਾਜ ਹੈ ਅੱਖਾਂ ਦਾ। ਜੇ ਤੇ ਪ੍ਰਕਾਸ਼ਮਾਨ ਹੁੰਦਾ ਹੈ ਫਿਰ ਤਿੰਨ ਗੱਲਾਂ ਪੱਕੀਆਂ ਨੇ। ਇੱਕ ਤੇ ਉਹ ਸਾਡੇ ਤੋਂ ਦੂਰ ਹੋਏਗਾ, ਫਿਰ ਸਭ ਗੋਬਿੰਦ ਹੈ ਨਹੀਂ ਹੋਏਗਾ, ਫਿਰ ਜੈ ਜੈ ਪੇਖੋਂ ਤੈ ਹਜ਼ੂਰ ਨਹੀਂ ਹੋਏਗਾ, ਫਿਰ ਘੱਟ ਘੱਟ ਮੈਂ ਹਰ ਜੂ ਬਸੈ, ਫਿਰ ਇਹ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਦੂਰ ਹੈ ਉਤੇ। ਪਰ ਗੁਰਬਾਣੀ ਤੇ ਇਹ ਗੱਲ ਆਖਦੀ ਹੈ, ਕਾਹੇ ਰੇਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੀਪਾ, ਤੋਹੀ ਸੰਗ ਸਮਾਈ। ਫਿਰ ਤਿੰਨ ਗੱਲਾਂ ਪੱਕੀਆਂ ਨੇ ਜੇ ਪ੍ਰਕਾਸ਼ਮਾਨ ਹੁੰਦਾ ਹੈ। ਇੱਕ ਤੇ ਉਹ ਸਾਡੇ ਤੋਂ ਦੂਰ ਹੈ, ਦੂਜਾ ਉਹ ਰੋਸ਼ਨੀ ਦਾ ਮੁਹਤਾਜ ਹੈ, ਉਹਨੂੰ ਦੇਖਣ ਵਾਸਤੇ ਲਾਈਟਾਂ ਜਗਾਣੀਆਂ ਪੈਣਗੀਆਂ, ਤੇ ਤੀਸਰਾ ਉਹਨੂੰ ਦੇਖਣ ਵਾਸਤੇ ਅੱਖਾਂ ਵੀ ਚਾਹੀਦੀਆਂ ਨੇ। ਅੰਨਾ ਕਦੀ ਰੱਬ ਦੇ ਦਰਸ਼ਨ ਨਹੀਂ ਕਰ ਸਕਦਾ। ਤੇ ਜੇਕਰ ਉਹ ਅਨੁਭਵ ਦਾ ਵਿਸ਼ਾ ਹੈ ਫਿਰ ਉਹ ਸੱਚਮੁੱਚ ਅਗਮ ਵੀ ਹੈ, ਅਲੱਖ ਵੀ ਹੈ, ਅਗੋਚਰ ਵੀ ਹੈ। ਫਿਰ ਤਿੰਨੇ ਚੀਜ਼ਾਂ ਨੇ।
ਫਿਰ ਉਹਦੇ ਤੇ ਸਾਡੇ ਦਰਮਿਆਨ ਵਿੱਥ ਨਹੀਂ, ਫਿਰ ਉਹ ਅਪਹੁੰਚ ਹੈ, ਕਿਉਂਕਿ ਪਹੁੰਚੀ ਦਾ ਉਹਦੇ ਤੱਕ ਹੈ ਜਿਹਦੇ ਦਰਮਿਆਨ ਡਿਸਟੈਂਸ ਹੋਵੇ, ਵਿੱਥ ਹੋਵੇ, ਉਹਦੇ ਤੱਕ ਪਹੁੰਚੀਦਾ। ਰੱਬ ਤੱਕ ਤੇ ਪਹੁੰਚੇ ਹੀ ਹੋਏ ਆ, ਪਹੁੰਚਣ ਦੀ ਲੋੜ ਹੀ ਨਹੀਂ। ਉੱਥੇ ਅਪਹੁੰਚ ਹੈ, ਪਹੁੰਚਣ ਦੀ ਲੋੜ ਹੀ ਨਹੀਂ। ਰੱਬ ਤੱਕ ਪਹੁੰਚਣਾ ਤੇ ਇਸ ਤਰ੍ਹਾਂ ਮੰਨ ਲਓ ਜਿਵੇਂ ਕੋਈ ਮੱਛੀ ਕਵੇ, ਦਰਿਆ ਦੇ ਵਿੱਚ ਮੱਛੀ ਹੋਵੇ ਤੇ ਮੱਛੀ ਕਹੇ ਮੈਂ ਪਾਣੀ ਤੱਕ ਪਹੁੰਚ ਜਾਵਾਂ। ਨਹੀਂ, ਪਾਣੀ ਤੱਕ ਪਹੁੰਚਣ ਦੀ ਲੋੜ ਨਹੀਂ, ਉਹ ਪਹੁੰਚੀ ਹੀ ਹੋਈ ਹੈ। ਅਸੀਂ ਪ੍ਰਭੂ ਤੱਕ ਪਹੁੰਚਣਾ ਨਹੀਂ ਹੈ, ਪਹੁੰਚੇ ਹੀ ਹੋਏ ਹਾਂ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਤੂੰ ਦਰਿਆ ਹੈ, ਅਸੀਂ ਤੇਰੇ ਬੱਚੇ ਹਾਂ, ਅਸੀਂ ਤੇਰੇ ਤੋਂ ਬਾਹਰ ਹੋ ਹੀ ਨਹੀਂ ਸਕਦੇ। ਇਸ ਕਰਕੇ ਰੱਬ ਨੂੰ ਗਵਾਉਣਾ ਔਖਾ ਹੈ, ਪਾਉਣਾ ਔਖਾ ਨਹੀਂ ਹੈ, ਪਾਇਆ ਤੇ ਹੋਇਆ ਹੀ ਹੈ। ਗੱਲ ਤੇ ਸਿਰਫ ਪ੍ਰਗਟ ਕਰਨ ਦੀ ਹੈ। ਉਹਨੂੰ ਗਵਾਉਣਾ ਬੜਾ ਔਖਾ ਹੈ, ਕਿਉਂਕਿ ਉਹਦੇ ਤੋਂ ਦੂਰ ਜਾਇਆ ਹੀ ਨਹੀਂ ਜਾ ਸਕਦਾ। ਪਹੁੰਚੇ ਹੀ ਹੋਏ ਹਾਂ, ਇਸ ਕਰਕੇ ਅਪਹੁੰਚ ਹੈ, ਕਿਉਂਕਿ ਪਹੁੰਚਣ ਵਾਸਤੇ ਵਿਚਕਾਰ ਫਾਸਲਾ ਚਾਹੀਦਾ ਹੈ, ਉਹ ਹੈ ਹੀ ਨਹੀਂ ਹੈ। ਇਸ ਕਰਕੇ ਰੱਬ ਅਗੰਮ ਹੈ। ਫਿਰ ਉਹ ਪ੍ਰਭੂ ਅਗੋਚਰ ਵੀ ਹੈ, ਇੰਦਰੀਆਂ ਦੇ ਗੋਚਰੇ ਨਹੀਂ ਆਉਂਦਾ। ਕਿਉਂ? ਦੂਰਬੀਨ ਦੇ ਨਾਲ ਤਾਰੇ ਦੇਖ ਸਕਦਾ ਹੈ ਵਿਗਿਆਨੀ, ਪਰ ਵਿਗਿਆਨੀ ਨੇ ਆਪਣੇ ਆਪ ਨੂੰ ਦੇਖਣਾ ਹੋਵੇ ਫਿਰ ਦੂਰਬੀਨ ਕੰਮ ਨਹੀਂ ਕਰਦੀ। ਇਹ ਅੱਖਾਂ ਦੂਰਬੀਨ ਨੇ। ਅੱਖਾਂ ਦੇ ਇੰਦਰੀਆਂ ਦੇ ਨਾਲ ਬਾਹਰ ਸੰਸਾਰ ਦੇਖਿਆ ਜਾ ਸਕਦਾ ਹੈ, ਆਪਣੇ ਆਪ ਨੂੰ ਨਹੀਂ। ਲੋਇਣ ਲੋਈ ਡਿਠ, ਲੋਇਣ ਮੈਨੇ ਅੱਖਾਂ, ਲੋਈ ਮੈਨੇ ਲੁਕਾਈ ਸੰਸਾਰ। ਇਹਨਾਂ ਅੱਖਾਂ ਨਾਲ ਦੁਨੀਆ ਦੇਖ ਸਕਦੀ ਹੈ, ਪਰ ਨਾ ਮੈਂ ਆਪਣੇ ਆਪ ਨੂੰ ਇਹਨਾਂ ਅੱਖਾਂ ਨਾਲ ਦੇਖ ਸਕਦਾ, ਨਾ ਮੈਂ ਇਹਨਾਂ ਅੱਖਾਂ ਦੇ ਨਾਲ ਪ੍ਰਭੂ ਨੂੰ ਦੇਖ ਸਕਦਾ। ਲੋਇਣ ਲੋਈ ਡਿਠ, ਪਿਆਸ ਨਾ ਬੁਝੈ ਮੂੰਹ ਕਣੀ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਡਿਸੰਦੋ ਮਾਪਿਰੀ। ਉਹ ਕਈ ਹੋਰ ਨੇ। ਇਸ ਕਰਕੇ ਰੱਬ ਅਗਮ ਅਗੋਚਰ ਹੈ। ਅਗੋਚਰ ਮੈਨੇ ਇੰਦਰੀਆਂ ਦੇ ਗੋਚਰ ਹੀ ਨਹੀਂ ਆਉਂਦਾ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇੰਦਰੀਆਂ ਸੰਸਾਰ ਦਾ ਗਿਆਨ ਦਿੰਦੀਆਂ ਨੇ, ਪਦਾਰਥ ਦਾ ਗਿਆਨ ਦਿੰਦੀਆਂ ਨੇ, ਪਰਮਾਰਥ ਦਾ ਨਹੀਂ। ਅੱਖਾਂ ਨਾਲ ਸੰਸਾਰ ਦਾ ਗਿਆਨ ਮਿਲਦਾ ਹੈ। ਅੱਖਾਂ ਦੱਸਦੀਆਂ ਨੇ ਇਹ ਨੇੜੇ ਹੈ, ਇਹ ਦੂਰ ਹੈ, ਇਹ ਗੋਲ ਹੈ, ਇਹ ਚੌਰਸ ਹੈ, ਇਹਦੀ ਇਹ ਸ਼ੇਪ ਹੈ, ਇਹਦਾ ਆ ਆਕਾਰ ਹੈ। ਅੱਖਾਂ ਦੱਸਦੀਆਂ ਨੇ ਇਹ ਕਾਲਾ ਹੈ, ਇਹ ਚਿੱਟਾ ਹੈ, ਇਹ ਨੀਲਾ ਹੈ, ਇਹ ਪੀਲਾ ਹੈ। ਬਾਹਰ ਦਾ ਗਿਆਨ ਦਿੰਦੇ ਨੇ ਅੱਖਾਂ, ਜਿਹੜੀਆਂ ਬਾਹਰ ਦਾ ਗਿਆਨ ਦਿੰਦੀਆਂ ਨੇ। ਕੰਨ ਬਾਹਰ ਦਾ ਗਿਆਨ ਦਿੰਦੇ ਨੇ। ਕੰਨ ਦੱਸਦੇ ਨੇ ਸੰਸਾਰ ਦੀਆਂ ਆਵਾਜ਼ਾਂ ਕਿੱਦਾਂ ਦੀਆਂ ਨੇ। ਇਹ ਮੋਟੀ ਹੈ, ਇਹ ਪਤਲੀ ਹੈ, ਇਹ ਖੁਰਦਰੀ ਹੈ, ਇਹ ਬੜੀ ਕੋਮਲ ਆਵਾਜ਼ ਹੈ, ਇਹ ਆਵਾਜ਼ ਪਸ਼ੂ ਦੀ ਹੈ, ਪੰਛੀ ਦੀ ਹੈ, ਇਹ ਮਿੱਤਰ ਦੀ ਹੈ, ਦੁਸ਼ਮਣ ਦੀ ਹੈ। ਕੰਨ ਅਸੰਖਾਂ ਕਿਸਮਾਂ ਦੀਆਂ ਆਵਾਜ਼ਾਂ ਦਾ ਗਿਆਨ ਸਾਨੂੰ ਦਿੰਦੇ ਨੇ। ਨੱਕ ਸਾਨੂੰ ਗਿਆਨ ਦੇ ਰਿਹਾ ਬਾਹਰ ਸੰਸਾਰ ਦਾ, ਇਹ ਸੁਗੰਧ ਹੈ, ਇਹ ਦੁਰਗੰਧ ਹੈ। ਜੀਭ ਸਾਨੂੰ ਗਿਆਨ ਦੇ ਰਹੀ ਹੈ 9 ਰਸਾਂ ਦਾ, ਇਹ ਮਿੱਠਾ ਹੈ, ਇਹ ਕੌੜਾ ਹੈ, ਇਹ ਤੁਰਸ਼ ਹੈ, ਇਹ ਨਮਕੀਨ ਹੈ, ਇਹ ਬਕਬਕਾ ਹੈ, ਇਹ ਖੱਟਾ ਹੈ, ਇਹ ਫਲਾਂ ਹੈ, ਇਹ ਧਮਕਾ ਹੈ। ਜੀਭ ਗਿਆਨ ਦੇ ਰਹੀ ਹੈ। ਚਮੜੀ ਸਾਨੂੰ ਬਾਹਰ ਦਾ ਗਿਆਨ ਦਿੰਦੀ ਹੈ। ਚਮੜੀ ਨਾਲ ਅਸੀਂ ਛੂਹ ਕੇ ਦੱਸ ਸਕਦੇ ਹਾਂ ਇਹ ਮੁਲਾਇਮ ਹੈ, ਇਹ ਖੁਰਦਰਾ ਹੈ, ਇਹ ਗਰਮ ਹੈ, ਇਹ ਠੰਡਾ ਹੈ। ਚਮੜੀ ਦੱਸ ਰਹੀ ਹੈ, ਚਮੜੀ ਸਾਨੂੰ ਗਿਆਨ ਦੇ ਰਹੀ ਹੈ। ਇਹ ਪੰਜੇ ਗਿਆਨ ਇੰਦਰੇ ਪਦਾਰਥ ਦਾ ਗਿਆਨ ਦਿੰਦੇ ਨੇ, ਸੰਸਾਰ ਦਾ ਗਿਆਨ ਦਿੰਦੇ ਨੇ, ਮੇਰੇ ਆਪਣੇ ਆਪ ਦਾ ਗਿਆਨ ਨਹੀਂ ਦਿੰਦੇ। ਆਪਣੇ ਅਨੁਭਵ ਵਾਸਤੇ ਇੰਦਰੀਆਂ ਦੀ ਲੋੜ ਨਹੀਂ ਪੈਂਦੀ, ਆਪਣੇ ਅਨੁਭਵ ਵਾਸਤੇ ਰੋਸ਼ਨੀ ਦੀ ਲੋੜ ਨਹੀਂ ਪੈਂਦੀ। ਮੈਂ ਹਨੇਰੇ ਕਮਰੇ ਦੇ ਵਿੱਚ ਖੜਾ ਹੋਵਾਂ ਤੇ ਮੈਂ ਕਹਾਂ ਮੈਂ ਆਪਣੇ ਆਪ ਨੂੰ ਜਾਣਨਾ ਚਾਹੁੰਦਾ ਮੈਂ ਹਾਂ ਕਿ ਨਹੀਂ, ਮੈਨੂੰ ਲਾਈਟ ਜਗਾਉਣੀ ਪਏਗੀ ਕਿ ਮੈਂ ਲਾਈਟ ਜਗਾਵਾਂਗਾ ਫਿਰ ਪਤਾ ਲੱਗੇਗਾ ਮੈਂ ਹਾਂ। ਨਹੀਂ, ਮੈਂ ਹਨੇਰੇ ਵਿੱਚ ਵੀ ਖੜਾ ਹੋਵਾਂ, ਮੈਨੂੰ ਆਪਣੀ ਹੋਂਦ ਦਾ ਅਹਿਸਾਸ ਹੋਏਗਾ ਕਿ ਮੈਂ ਹਾਂ, ਮੈਨੂੰ ਆਪਣੀ ਐਗਜ਼ਿਸਟੈਂਸ ਫੀਲ ਹੋਏਗੀ ਹਨੇਰੇ ਵਿੱਚ ਵੀ। ਪ੍ਰਭੂ ਅਨੁਭਵ ਹੈ, ਉਹ ਇਹਨਾਂ ਰੋਸ਼ਨੀਆਂ ਦਾ ਮੁਹਤਾਜ ਨਹੀਂ ਹੈ। ਉਹ ਵੀ ਅਨੁਭਵ ਕੀਤਾ ਜਾ ਸਕਦਾ ਹੈ ਬਿਨਾਂ ਰੋਸ਼ਨੀ ਤੋਂ, ਔਰ ਉਹ ਵੀ ਅਨੁਭਵ ਕੀਤਾ ਜਾ ਸਕਦਾ ਹੈ ਬਿਨਾਂ ਇੰਦਰੀਆਂ ਤੋਂ। ਉਹਨੂੰ ਵੀ ਅਨੁਭਵ ਕਰਨ ਲਈ ਇੰਦਰੀਆਂ ਦੀ ਲੋੜ ਨਹੀਂ ਪਏਗੀ, ਇੰਦਰੀਆਂ ਦੀ ਜ਼ਰੂਰਤ ਨਹੀਂ ਪਏਗੀ। ਇੰਦਰੀ ਬਾਹਰ ਦਾ ਗਿਆਨ ਦੇ ਰਹੇ ਨੇ, ਪਰ ਉਹਦੇ ਅਨੁਭਵ ਲਈ ਵੀ ਇੰਦਰੀਆਂ ਦੀ ਜ਼ਰੂਰਤ ਨਹੀਂ ਪਏਗੀ ਫਿਰ ਬਿਨਾਂ ਇੰਦਰੀਆਂ ਤੋਂ।
ਇੱਕ ਅੰਨਾ ਮਨੁੱਖ, ਉਹਨੇ ਆਪਣੇ ਆਪ ਨੂੰ ਜਾਣਨਾ ਹੋਵੇ, ਉਹਨੂੰ ਅੱਖਾਂ ਦੀ ਲੋੜ ਨਹੀਂ। ਅੰਨੇ ਨੂੰ ਵੀ ਪਤਾ ਕਿ ਮੇਰੀ ਹੋਂਦ ਹੈ, ਹੁਣ ਉਹਨੂੰ ਆਪਣੀ ਹੋਂਦ ਦਾ ਅਹਿਸਾਸ ਹੈ। ਇਸੇ ਤਰ੍ਹਾਂ ਪ੍ਰਭੂ ਦੇ ਅਨੁਭਵ ਦੇ ਲਈ ਵੀ ਇਹਨਾਂ ਅੱਖਾਂ ਦੀ ਲੋੜ ਨਹੀਂ ਹੈ। ਉਹ ਵੀ ਅਨੁਭਵ ਦਾ ਵਿਸ਼ਾ ਹੈ, ਪ੍ਰਕਾਸ਼ਿਤ ਹੋਣ ਦਾ ਵਿਸ਼ਾ ਨਹੀਂ ਹੈ। ਪ੍ਰਕਾਸ਼ਮਾਨ ਉਹ ਚੀਜ਼ ਹੁੰਦੀ ਹੈ ਜਿਹੜੀ ਪਦਾਰਥ ਹੋਵੇ। ਪ੍ਰਭੂ ਪਦਾਰਥ ਰੂਪ ਵਿੱਚ ਪ੍ਰਕਾਸ਼ਮਾਨ ਨਹੀਂ ਹੋ ਰਿਹਾ। ਹਾਂ, ਉਹਦਾ ਸਰਗੁਣ ਰੂਪ ਜ਼ਰੂਰ ਹੈ ਜਿਹੜਾ ਨਜ਼ਰ ਆ ਰਿਹਾ ਹੈ, ਜੋ ਦਿਸੈ ਸੋ ਤੇਰਾ ਰੂਪ। ਪਰ ਜਿਹਨੇ ਪ੍ਰਗਟ ਕਰਨਾ ਹੈ ਉਹਨੂੰ ਅਨੁਭਵ ਦੀ ਦੁਨੀਆ 'ਚ ਆਉਣਾ ਪੈਂਦਾ। ਫਿਰ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਹੈ ਮੇਰੇ ਅੰਦਰ ਹੀ ਸੀ ਪ੍ਰਭੂ, ਪਰ ਹੁਣ ਪ੍ਰਗਟ ਹੋ ਗਿਆ। ਹੁਣ ਉਹ ਪ੍ਰਭੂ ਅਗੋਚਰ ਹੈ, ਇੰਦਰੀਆਂ ਦੇ ਗੋਚਰੇ ਨਹੀਂ ਆਉਂਦਾ, ਪਰ ਪ੍ਰਗਟ ਹੋ ਗਿਆ। ਅਲੱਖ ਹੈ, ਅੱਖਾਂ ਨਾਲ ਦਿਸਦਾ ਨਹੀਂ, ਪਰ ਪ੍ਰਗਟ ਹੋ ਗਿਆ। ਰੋਸ਼ਨੀ ਦਾ ਮੁਹਤਾਜ ਨਹੀਂ, ਪ੍ਰਗਟ ਹੋ ਗਿਆ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਮੇਰਾ ਪ੍ਰਭੂ ਪ੍ਰਗਟ ਹੋ ਗਿਆ, ਮੈਨੂੰ ਅੰਦਰੋਂ ਹੀ ਅਨੁਭਵ ਹੋ ਗਿਆ ਉਸ ਪ੍ਰਭੂ ਦਾ। ਇਸ ਕਰਕੇ ਰੱਬ ਪ੍ਰਕਾਸ਼ਮਾਨ ਕਦੀ ਵੀ ਨਹੀਂ ਹੁੰਦਾ। ਉਹਨੂੰ ਤੇ ਉਦੋਂ ਅਨੁਭਵ ਕੀਤਾ ਜਾਂਦਾ ਹੈ ਜਦੋਂ ਕੋਈ ਆਪਣੇ ਅੰਦਰ ਊਚ ਨੀਚ, ਮੇਰ ਤੇਰ, ਇਹ ਸਾਰੇ ਵਿਤਕਰਿਆਂ ਨੂੰ ਮਿਟਾ ਦੇਵੇ। ਇਹਨਾਂ ਵਿਤਕਰਿਆਂ ਨੂੰ ਮਿਟਾ ਕੇ ਜਿਸ ਦਿਨ ਆਪਣੇ ਆਪੇ 'ਚੋਂ ਅਨੁਭਵ ਕਰ ਲਏਗਾ, ਉਸ ਦਿਨ ਆਪਣੀ ਮਾਤਾ ਪਿਤਾ, ਆਪਣੇ ਭੈਣ ਭਰਾ, ਆਪਣੇ ਗੁਆਂਢੀ, ਦੁਸ਼ਮਣਾਂ ਵਿੱਚੋਂ ਵੀ ਅਨੁਭਵ ਕਰ ਲਏਗਾ। ਫਿਰ ਉਹ ਸਾਰਿਆਂ 'ਚੋਂ ਰੱਬ ਦੇਖੇਗਾ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਜਦੋਂ ਪ੍ਰਭੂ ਪ੍ਰਗਟ ਹੋਏਗਾ, ਸਿਰਫ ਉਹ ਮੇਰੇ ਵਿੱਚੋਂ ਹੀ ਅਨੁਭਵ ਦਾ ਵਿਸ਼ਾ ਮੇਰੇ ਵਿੱਚੋਂ ਹੀ ਨਹੀਂ ਪ੍ਰਗਟ ਹੋਏਗਾ, ਉਹ ਸਾਰਿਆਂ ਵਿੱਚੋਂ ਪ੍ਰਗਟ ਨਜ਼ਰ ਆਏਗਾ। ਫਿਰ ਦੇਖ ਰਿਹਾ ਸੀ, ਪਹਿਲਾਂ ਪਛਾਣ ਨਹੀਂ ਸੀ, ਹੁਣ ਪ੍ਰਗਟ ਹੋ ਗਿਆ। ਜਿਸ ਦਿਨ ਗਿਆਨ ਪੈਦਾ ਹੋ ਗਿਆ, ਉਸ ਦਿਨ ਮਾਤਾ ਪਿਤਾ ਚੋਂ ਵੀ, ਉਸ ਦਿਨ ਧੀਆਂ ਪੁੱਤਰਾਂ ਚੋਂ ਵੀ, ਉਸ ਦਿਨ ਭੈਣਾਂ ਭਰਾਵਾਂ ਦੇ ਵਿੱਚੋਂ ਵੀ, ਉਸ ਦਿਨ ਦੁਸ਼ਮਣ ਵਿੱਚੋਂ ਵੀ ਪ੍ਰਗਟ ਹੋ ਗਿਆ। ਉਹਦੇ ਵਿੱਚੋਂ ਵੀ ਰੱਬ ਦਿਸਣ ਲੱਗ ਗਿਆ। ਇਹਨੂੰ ਆਖਦੇ ਨੇ ਭਾਈ ਕਨਈਆ ਵਾਲੀ ਬਿਰਤੀ। ਕਲਗੀਧਰ ਪਾਤਸ਼ਾਹ, ਉਹਨਾਂ ਸਾਹਮਣੇ ਆ ਕੇ ਸ਼ਿਕਾਇਤ ਲਗਾਈ ਸਿੱਖਾਂ ਨੇ, ਸਤਿਗੁਰੂ ਪਾਤਸ਼ਾਹ, ਦੁਸ਼ਮਣਾਂ ਦਾ ਜਸੂਸ ਸਾਡੀ ਸੈਨਾ ਦੇ ਵਿੱਚ ਆ ਗਿਆ ਹੈ। ਕਹਿਣ ਲੱਗੇ ਅੱਛਾ, ਹਾਂ, ਸਿੱਖਾਂ ਦਾ ਲਿਬਾਸ ਤਾਰਿਆ ਹੋਇਆ। ਸਤਿਗੁਰੂ ਕਹਿਣ ਲੱਗੇ ਕਦੋਂ ਆਇਆ? ਸਿੱਖ ਕਹਿਣ ਲੱਗੇ ਅੱਜ ਦਾ ਥੋੜ੍ਹੇ ਆਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਕਈ ਸਾਲ ਹੋ ਗਏ, ਪਛਾਣੀ ਹੀ ਅੱਜ ਅਸੀਂ। ਪੁੱਛੇ ਹੈ ਐਸਾ ਕਿਹੜਾ ਹੈ? ਕਹਿਣ ਲੱਗੇ ਉਹੀ ਤੁਹਾਡਾ ਅਨੰਦ ਸਿੱਖ ਭਾਈ ਕਨਈਆ ਜਸੂਸ ਹੈ, ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਅਸੀਂ ਮਾਰ ਮਾਰ ਜ਼ਖਮੀ ਕਰ ਕਰ ਜ਼ਮੀਨ ਸੁੱਟਦੇ ਹਾਂ, ਉਹ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਸਾਡੇ ਨਾਲ ਲੜਨ ਲਈ ਫਿਰ ਤਾਜ਼ਾ ਕਰੀ ਜਾਂਦਾ ਹੈ। ਵਿੱਚ ਵਿੱਚ ਸਿੱਖਾਂ ਨੂੰ ਵੀ ਪਾਣੀ ਪਿਲਾ ਦਿੰਦਾ ਵੀ ਪਤਾ ਨਾ ਲੱਗੇ। ਸਤਿਗੁਰੂ ਕਹਿਣ ਲੱਗੇ ਅੱਛਾ, ਫੜ ਕੇ ਲਿਆਓ। ਭਾਈ ਕਨਈਆ ਜੀ ਨੂੰ ਫੜ ਕੇ ਲਿਆਂਦਾ, ਪਾਣੀ ਦੀ ਮਸ਼ਕ ਮੋਢੇ ਤੇ ਟੰਗੀ ਹੋਈ। ਸਤਿਗੁਰੂ ਕਹਿਣ ਲੱਗੇ ਭਾਈ ਕਨਈਆ, ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਆਏ ਹੋ? ਕਹਿਣ ਲੱਗੇ ਨਹੀਂ ਸਤਿਗੁਰੂ, ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਸਤਿਗੁਰੂ ਕਹਿਣ ਲੱਗੇ ਫਿਰ ਸਿੱਖਾਂ ਨੂੰ ਪਿਲਾਇਆ ਹੋਣਾ ਹੈ। ਕਹਿਣ ਲੱਗਾ ਨਹੀਂ ਪਾਤਸ਼ਾਹ, ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਲਾਇਆ। ਕਲਗੀਧਰ ਪਾਤਸ਼ਾਹ ਆਖਦੇ ਨੇ ਭਾਈ ਕਨਈਆ, ਕਿਸੇ ਦੁਸ਼ਮਣ ਨੂੰ ਵੀ ਪਾਣੀ ਨਹੀਂ ਪਿਲਾਇਆ, ਸਿੱਖ ਨੂੰ ਵੀ ਨਹੀਂ? ਕਹਿਣ ਲੱਗਾ ਨਹੀਂ। ਨਾਲ ਹੀ ਸਿੱਖ ਖੜੇ ਸਨ, ਇੱਕੋ ਦਮ ਬੋਲ ਉੱਠੇ, ਸਤਿਗੁਰੂ ਦੇਖੋ ਤੁਹਾਡੇ ਸਾਹਮਣੇ ਖਲੋ ਕੇ ਝੂਠ ਬੋਲਦਾ ਹੈ। ਇਹਨੂੰ ਪੁੱਛੋ ਜਿਹੜੀ ਪਾਣੀ ਵਾਲੀ ਮਸ਼ਕ ਮੋਢੇ ਤੇ ਟੰਗੀ ਹੋਈ ਹੈ, ਇਹ ਪਾਣੀ ਕਿਹਨੂੰ ਪਿਲਾਇਆ? ਸਤਿਗੁਰੂ ਕਹਿਣ ਲੱਗੇ ਹਾਂ ਭਾਈ ਕਨਈਆ, ਪਾਣੀ ਤੇ ਤੂੰ ਚੁੱਕੀ ਫਿਰਦਾ ਹੈ, ਇਹ ਕਿਹਨੂੰ ਪਿਲਾਇਆ? ਭਾਈ ਕਨਈਆ ਆਖਦੇ ਨੇ ਸਤਿਗੁਰੂ ਇਹ ਗੱਲ ਤੁਸੀਂ ਕਹਿ ਰਹੇ ਹੋ, ਆਪ ਵੀ ਤੇ ਤੁਸੀਂ ਸਵੇਰੇ ਆਵਾਜ਼ ਦਿੱਤੀ ਸੀ ਭਾਈ ਕਨਈਆ ਪਿਆਸ ਬੜੀ ਲੱਗੀ ਹੈ, ਜਲ ਛਕਾ। ਮੈਂ ਦੌੜਿਆ ਗਿਆ, ਮੈਂ ਪਾਣੀ ਦਾ ਭਾਂਡਾ ਭਰ ਕੇ ਲਿਆਂਦਾ, ਤੁਹਾਨੂੰ ਜਲ ਛਕਾਇਆ। ਮੈਂ ਵਾਪਸ ਮੁੜਿਆ, ਤੁਸੀਂ ਫਿਰ ਆਵਾਜ਼ ਦੇ ਦਿੱਤੀ। ਮੈਂ ਫਿਰ ਛੰਨਾ ਭਰ ਕੇ ਲਿਆਂਦਾ, ਜਲ ਛਕਾਇਆ। ਮੈਂ ਫਿਰ ਮੁੜਿਆ, ਤੁਸੀਂ ਫਿਰ ਕਹਿ ਦਿੱਤਾ ਪਿਆਸ ਬੜੀ ਲੱਗੀ ਹੈ। ਮੈਂ ਫਿਰ ਪਾਣੀ ਦਾ ਗਲਾਸ ਭਰ ਕੇ ਲਿਆਂਦਾ, ਫਿਰ ਮੁੜਿਆ, ਤੁਸੀਂ ਫਿਰ ਕਹਿ ਦਿੱਤਾ ਪਿਆਸ ਲੱਗੀ ਹੈ। ਮੈਂ ਤੇ ਪਾਣੀ ਵਾਲੀ ਮਸ਼ਕ ਹੀ ਭਰ ਲਈ, ਸਵੇਰ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਹੀ ਤੇ ਜਲ ਛਕਾਇਆ। ਸਤਿਗੁਰੂ ਨੇ ਕੁੱਟ ਕੇ ਗਲਬਕੜੀ ਵਿੱਚ ਲੈ ਲਿਆ। ਭਾਈ ਕਨਈਆ ਤੇਰੀ ਇਹ ਅਵਸਥਾ ਬਣ ਗਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿੰਨਾ ਚਿਰ ਪ੍ਰਗਟ ਨਹੀਂ ਸੀ ਉਹਨਾਂ ਚਿਰ ਨਜ਼ਰ ਆਉਂਦਾ ਸੀ ਇਹ ਸਿੱਖ ਹੈ ਤੇ ਇਹ ਦੁਸ਼ਮਣ ਹੈ। ਜਿੱਦਣ ਉਹ ਪ੍ਰਗਟ ਹੋ ਗਿਆ ਹੁਣ ਉਹੀ ਨਜ਼ਰ ਆਉਂਦਾ ਹੈ। ਲੈ ਭਾਈ ਕਨਈਆ, ਮਲਮ ਪੱਟੀ, ਜਿੱਥੇ ਜ਼ਖਮੀਆਂ ਨੂੰ ਬਿਨਾਂ ਵਿਤਕਰੇ ਤੋਂ ਜਲ ਛਕਾਨਾ ਹੈ, ਉੱਥੇ ਉਹਨਾਂ ਦੇ ਜ਼ਖਮਾਂ ਤੇ ਮਲਮ ਲਾ ਕੇ ਪੱਟੀ ਕਰੀ, ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਉਹਨਾਂ ਦੇ ਤੰਬੂਆਂ ਤੱਕ ਛੱਡ ਕੇ ਆਈ। ਇਹ ਤੇਰੀ ਸੇਵਾ ਹੈ।
ਤੇ ਸਿੱਖਾਂ ਨੂੰ ਆਖਦੇ ਨੇ, ਸਿੱਖੋ ਤੁਸੀਂ ਵੀ ਦੁਸ਼ਮਣਾਂ ਨਾਲ ਲੜਦੇ ਹੋ ਤੇ ਭਾਈ ਕਨ੍ਹਈਆ ਵੀ ਦੁਸ਼ਮਣਾਂ ਨਾਲ ਲੜਦਾ ਹੈ। ਸਿੱਖ ਹੈਰਾਨ ਹੋਏ, ਸਤਿਗੁਰੂ ਅਸੀਂ ਤੇ ਤਲਵਾਰਾਂ ਮਾਰ ਮਾਰ ਕੇ ਦੁਸ਼ਮਣਾਂ ਨੂੰ ਜ਼ਖਮੀ ਕਰੀਦਾ, ਮਾਰ ਦਈਦਾ, ਇਹ ਜਲ ਛਕਾਉਂਦਾ, ਇਹ ਕਿਵੇਂ ਲੜਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਤੁਸੀਂ ਕਿਰਪਾਨਾਂ ਮਾਰ ਕੇ ਦੁਸ਼ਮਣਾਂ ਨੂੰ ਖਤਮ ਕਰਦੇ ਹੋ, ਇਹ ਜਲ ਛਕਾ ਕੇ ਦੁਸ਼ਮਣੀ ਖਤਮ ਕਰੀ ਜਾ ਰਹੇ ਹੈ। ਤੁਸੀਂ ਤਲਵਾਰਾਂ ਨਾਲ ਦੁਸ਼ਮਣਾਂ ਨੂੰ ਮੁਕਾਉਂਦੇ ਹੋ, ਇਹ ਜਲ ਛਕਾ ਕੇ ਦੁਸ਼ਮਣੀ ਮੁਕਾਈ ਜਾਂਦਾ ਹੈ। ਜਿਹੜਾ ਇਹਦੇ ਹੱਥੋਂ ਇੱਕ ਵਾਰ ਜਲ ਛਕ ਲੈਂਦਾ ਉਹ ਮੁੜ ਹੱਥ ਤਲਵਾਰ ਫੜ ਕੇ ਕਿਸੇ ਤੇ ਵਾਰ ਕਰ ਹੀ ਨਹੀਂ ਸਕਦਾ। ਯਾਦ ਰੱਖਿਓ, ਫਸਟ ਏਡ ਜਿਹੜੀ ਅੱਜ ਅਸੀਂ ਦੇਖਦੇ ਹਾਂ, ਰੈੱਡ ਕਰਾਸ ਜਿਹੜੀ ਅੱਜ ਅਸੀਂ ਦੇਖਦੇ ਹਾਂ, ਇਹ ਰੈੱਡ ਕਰਾਸ ਦਾ ਸਿਧਾਂਤ ਭਾਈ ਕਨ੍ਹਈਆ ਜੀ ਦੀ ਦੇਣ ਹੈ, ਗੁਰੂ ਨਾਨਕ ਦੇ ਘਰ ਦੇ ਸਿੱਖ ਦੀ ਦੇਣ ਹੈ। ਪਰ ਅਸੀਂ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕਦੇ, ਕ੍ਰੈਡਿਟ ਕੋਈ ਹੋਰ ਲੈ ਗਿਆ। ਜਿਹੜੀ ਰੈੱਡ ਕਰਾਸ ਸੰਸਥਾ ਅਸੀਂ ਦੇਖਦੇ ਹਾਂ, ਠੀਕ ਇਸ ਤੋਂ 200 ਸਾਲ ਪਹਿਲਾਂ ਭਾਈ ਕਨ੍ਹਈਆ ਜੀ ਸਿਧਾਂਤ ਸ਼ੁਰੂ ਕਰ ਚੁੱਕੇ ਨੇ। ਮੈਦਾਨੇ ਜੰਗ ਵਿੱਚ ਬਿਨਾਂ ਵਿਤਕਰੇ ਦੇ ਜ਼ਖਮੀਆਂ ਦੀ ਸੰਭਾਲ ਕਰਨੀ, ਮੁਰਦਿਆਂ ਦੀ ਸੰਭਾਲ ਕਰਨੀ, ਇਹ ਭਾਈ ਕਨ੍ਹਈਆ ਜੀ ਕਰ ਚੁੱਕੇ ਨੇ। ਔਰ ਠੀਕ 200 ਸਾਲ ਬਾਅਦ ਆਹ ਰੈੱਡ ਕਰਾਸ ਸੰਸਥਾ ਹੋਂਦ ਵਿੱਚ ਆਈ। ਅਸੀਂ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਕਿ ਇਹ ਸਿਧਾਂਤ ਗੁਰੂ ਨਾਨਕ ਦੇ ਘਰ ਦਾ ਹੈ। ਪੂਰੀ ਦੁਨੀਆ ਨੂੰ ਤੇ ਕਿਸ ਦਿਨ ਦੱਸਾਂਗੇ? ਸਾਡੇ ਬੱਚਿਆਂ ਨੂੰ ਵੀ ਨਹੀਂ ਪਤਾ ਇਸ ਗੱਲ ਦਾ। ਸੱਚਮੁੱਚ ਜਦੋਂ ਸੱਜਣ ਪ੍ਰਭੂ ਪ੍ਰਗਟ ਹੁੰਦਾ ਹੈ, ਉਦੋਂ ਫਿਰ ਕੋਈ ਮਿੱਤਰ ਨਜ਼ਰ ਨਹੀਂ ਆਉਂਦਾ, ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਯਾਦ ਰੱਖਿਓ, ਮਿੱਤਰ ਵੀ ਨਜ਼ਰ ਨਹੀਂ ਆਉਂਦਾ ਫਿਰ, ਕਿਉਂਕਿ ਕਿਸੇ ਨੂੰ ਮਿੱਤਰ ਬਣਾਉਣ ਦਾ ਮਤਲਬ ਹੈ ਅਜੇ ਤੱਕ ਹਿਰਦਾ ਟਿਕਿਆ ਨਹੀਂ ਹੈ, ਅਡੋਲ ਨਹੀਂ ਹੋਇਆ। ਕਿਸੇ ਨੂੰ ਮਿੱਤਰ ਬਣਾਉਣ ਦਾ ਮਤਲਬ ਇਹ ਹੈ, ਇਹ ਤੇ ਮੇਰਾ ਮਿੱਤਰ ਹੈ, ਇਹਦਾ ਮਤਲਬ ਦੂਸਰਾ ਮੇਰਾ ਮਿੱਤਰ ਨਹੀਂ ਹੈ। ਉਹ ਤੇ ਫਿਰ ਜਾਂ ਦੁਸ਼ਮਣ ਹੋਏਗਾ ਜਾਂ ਬੇਗਾਨਾ ਹੋਏਗਾ। ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਿਚਲ ਨਹੀਂ ਚੀਤ। ਜਿੰਨਾ ਚਿਰ ਕੋਈ ਕਿਸੇ ਨੂੰ ਮਿੱਤਰ ਬਣਾ ਰਿਹਾ ਹੈ, ਕੋਈ ਕਿਸੇ ਨੂੰ ਦੁਸ਼ਮਣ ਬਣਾ ਰਿਹਾ ਹੈ, ਚਿੱਤ ਨਿਸ਼ਚਲ ਨਹੀਂ ਹੋਇਆ। ਜਿੰਨਾ ਚਿਰ ਚਿੱਤ ਇਹ ਕਹਿ ਰਿਹਾ ਨਾ ਇਹ ਮੇਰਾ ਮਿੱਤਰ ਹੈ, ਇਹਦਾ ਮਤਲਬ ਦੂਸਰਾ ਮਿੱਤਰ ਨਹੀਂ। ਜਦੋਂ ਇਹ ਕਹਿ ਰਿਹਾ ਇਹ ਮੇਰੀ ਸੰਪਰਦਾ, ਮੇਰੀ ਜਥੇਬੰਦੀ ਦਾ ਬੰਦਾ ਹੈ, ਇਹਦਾ ਮਤਲਬ ਦੂਸਰਾ ਨਹੀਂ ਹੈ। ਜਿੰਨਾ ਚਿਰ ਕਹਿ ਰਿਹਾ ਇਹ ਮੇਰੇ ਪੰਥ ਦਾ ਬੰਦਾ ਹੈ, ਇਹਦਾ ਮਤਲਬ ਦੂਜੇ ਮਜ਼ਹਬ ਦਾ ਬੰਦਾ ਨਹੀਂ ਹੈ। ਹਾਂ, ਜਿਸ ਦਿਨ ਆਹ ਵਿਤਕਰੇ ਮੁੱਕ ਜਾਂਦੇ ਨੇ, ਉਸ ਦਿਨ ਅਡੋਲਤਾ ਆ ਜਾਂਦੀ ਹੈ। ਜਦੋਂ ਮੇਰ ਤੇਰ ਦੇ ਵਿਤਕਰੇ, ਇਹ ਮਿੱਤਰ ਇਹ ਦੁਸ਼ਮਣ ਸਮਝ ਲਿਓ ਹਰ ਸੱਜਣ ਪ੍ਰਗਟੇ ਆਏ, ਫਿਰ ਪ੍ਰਭੂ ਹੀ ਨਜ਼ਰ ਆਉਂਦਾ ਹੈ। ਫਿਰ ਆਪਣੇ ਬੇਗਾਨੇ ਦੋਸਤ ਮਿੱਤਰ ਨਹੀਂ ਨਜ਼ਰ ਆਉਂਦੇ, ਫਿਰ ਰੱਬ ਹੀ ਹੈ। ਫਿਰ ਤੇ ਜਿੱਧਰ ਵੀ ਦੇਖਦੇ ਹਾਂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਉਹਦੇ ਤੋਂ ਬਿਨਾ ਕੌਣ ਬੋਲਦਾ? ਫਿਰ ਉਹੀ ਨਜ਼ਰ ਆਉਂਦੇ। ਕੋਈ ਪਰਿਵਾਰ ਆਇਆ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਨਾਲ ਉਹਨਾਂ ਦਾ ਨੌਜਵਾਨ ਬੇਟਾ, ਤੇ ਉਹਦੇ ਮਾਤਾ ਪਿਤਾ ਸਤਿਗੁਰੂ ਨੂੰ ਕਹਿਣ ਲੱਗੇ, ਸਤਿਗੁਰੂ ਇਸ ਬੱਚੇ ਦਾ 6 ਮਹੀਨੇ ਬਾਅਦ ਆਨੰਦ ਕਾਰਜ ਰੱਖਿਆ, ਸੋਚਿਆ ਇਹਨੇ ਗ੍ਰਸਤ ਧਰਮ 'ਚ ਪ੍ਰਵੇਸ਼ ਕਰਨਾ ਹੈ, ਪਰ ਕੋਈ ਗ੍ਰਸਤੀ ਰਹਿੰਦਿਆਂ ਵੀ ਧਰਮੀ ਹੋ ਸਕਦਾ, ਇਹਨੂੰ ਪਤਾ ਨਹੀਂ। ਸੋਚਿਆ ਵੀ 3 ਮਹੀਨੇ ਤੁਹਾਡੇ ਕੋਲ ਛੱਡ ਜਾਂਦੇ ਆ, ਤੁਸੀਂ 3 ਮਹੀਨਿਆਂ ਦੇ ਵਿੱਚ ਇਹਨੂੰ ਗਿਆਨ ਦੇ ਦਿਓ ਕਿ ਗ੍ਰਸਤ ਵਿੱਚ ਰਹਿੰਦਿਆਂ ਧਰਮੀ ਕਿਵੇਂ ਬਣੀਦਾ, ਗ੍ਰਸਤ ਧਰਮ ਕਿਵੇਂ ਹੋ ਸਕਦਾ ਹੈ, ਕਿ ਸੰਸਾਰ ਪਰਿਵਾਰ ਛੱਡਣ ਦੀ ਲੋੜ ਹੀ ਨਾ ਪਵੇ ਤੇ ਰੱਬ ਪ੍ਰਗਟ ਹੋ ਜਾਏ। ਇਹਨੂੰ 3 ਮਹੀਨੇ ਲਈ ਤੁਹਾਡੇ ਚਰਨਾਂ 'ਚ ਛੱਡ ਚੱਲਿਆ, ਇਹਨੂੰ ਗਿਆਨ ਦਿਓ ਜੀ। ਸਤਿਗੁਰੂ ਕਹਿਣਗੇ ਠੀਕ। ਮਾਤਾ ਪਿਤਾ ਆਪਣੇ ਬੇਟੇ ਨੂੰ ਸਮਝਾ ਕੇ ਗਏ, ਦੇਖੀ ਸਤਿਗੁਰੂ ਪਾਤਸ਼ਾਹ ਦੇ ਨਾਲ ਨਾਲ ਰਹੀ, ਨਾਲੇ ਕਰੀ ਸੇਵਾ, ਨਾਲੇ ਗਿਆਨ ਲਵੀਂ, ਔਰ ਨੋਟ ਕਰ ਲਈ, ਭੁੱਲ ਨਾ ਜਾਈ। ਕਹਿੰਦੇ ਸਤ ਬਚਨ। ਅਗਲੇ ਦਿਨ ਮੂੰਹ ਨੇਰੇ ਉੱਠ ਬੈਠਾ, ਉਡੀਕਦਿਆ ਕਦੋਂ ਸਤਿਗੁਰੂ ਉੱਠਣਗੇ। ਸਤਿਗੁਰੂ ਉੱਠੇ, ਇਹਨੇ ਸਾਰੀ ਦਿਨਚਰਿਆ ਦੇਖੀ ਸਤਿਗੁਰੂ ਜੀ ਦੀ। ਇਸ਼ਨਾਨ ਸਤਿਗੁਰੂ ਜੀ ਨੇ ਕੀਤਾ, ਰੱਬੀ ਯਾਦ ਵਿੱਚ ਬੈਠੇ, ਬਾਣੀ ਪੜ੍ਹੀ ਜਾਂ ਭੋਜਨ ਛਕਿਆ, ਦਰਬਾਰ 'ਚ ਗਏ, ਸਿੰਘਾਸਨ 'ਤੇ ਬੈਠੇ, ਉਪਦੇਸ਼ ਕੀਤਾ, ਜੋ ਕੁਝ ਵੀ ਸੀ। ਦੂਸਰੇ ਦਿਨ ਆਪ ਇਹਨੇ ਸਾਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੇਵਾਦਾਰ ਨਾਲ ਮਿਲ ਕੇ। ਸਤਿਗੁਰੂ ਪਾਤਸ਼ਾਹ ਵਾਸਤੇ ਇਸ਼ਨਾਨ ਵਾਸਤੇ ਪਾਣੀ ਤਿਆਰ ਚਾਹੀਦਾ ਹੈ, ਬਸਤਰ ਤਿਆਰ ਚਾਹੀਦੇ ਨੇ, ਭੋਜਨ ਤਿਆਰ ਚਾਹੀਦਾ ਹੈ। ਸਤਿਗੁਰੂ ਦੇ ਨਾਲ ਦਰਬਾਰ ਜਾਣਾ। ਜਿੱਦਣ ਦੂਜੇ ਦਿਨ ਦਰਬਾਰ ਗਿਆ, ਨਾਲ ਨਾਲ ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ। ਆਖਦਾ ਸਤਿਗੁਰੂ ਗ੍ਰਸਤ ਕਿਵੇਂ ਧਰਮ ਬਣੇਗਾ, ਗਿਆਨ ਦੇ ਦਿਓ। ਅੱਜ ਪਹਿਲਾ ਲੈਸਨ, ਪਹਿਲਾ ਸਬਕ ਦੇ ਦਿਓ। ਸਤਿਗੁਰੂ ਕਹਿਣ ਲੱਗੇ ਜਗਿਆ
ਇਹਦਾ ਨਾਂ ਸੀ ਜੱਗਾ, ਔਰ ਅੰਮ੍ਰਿਤ ਦੀ ਦਾਤ ਲੈ ਕੇ ਬਣ ਗਿਆ ਸੀ ਭਾਈ ਜੱਗਾ ਸਿੰਘ। ਕਹਿਣ ਲੱਗੇ ਜੱਗਿਆ ਇਹਦਾ ਪਹਿਲਾ ਸਬਕ ਦੇਣ ਲੱਗੇ ਆ, ਜਦੋਂ ਪਹਿਲਾ ਸਬਕ ਪੂਰਾ ਹੋ ਜਾਏਗਾ ਫਿਰ ਦੂਸਰਾ ਲੈਸਨ ਲੈਣ ਆ ਜਾਈ। ਪਹਿਲਾ ਲੈਸਨ ਤੇਰਾ ਇਹ ਹੈ, ਇੱਕ ਓਂਕਾਰ। ਭਾਈ ਜੱਗਾ ਆਖਦੇ ਨੇ ਸਤਿ ਪਿਤਾ ਜੀ, ਜਦੋਂ ਪਹਿਲਾ ਲੈਸਨ ਪਕਾ ਲਵਾਂਗਾ, ਕਮਾ ਲਵਾਂਗਾ ਇੱਕ ਓਂਕਾਰ, ਫਿਰ ਦੂਜਾ ਸਬਕ ਲੈਣ ਆ ਜਾਵਾਂਗਾ। ਪਰ ਮੈਨੂੰ ਦੱਸ ਦੇ ਦਿਓ ਇਹਦਾ ਮਤਲਬ ਕੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਦਾ ਮਤਲਬ ਹੈ ਰੱਬ ਇੱਕ ਹੈ ਤੇ ਸਾਰਿਆਂ ਵਿੱਚ ਹੈ। ਕਹਿਣ ਲੱਗਾ ਸਤਿਵਚਨ। ਬਸ ਇਸ ਲੈਸਨ ਨੂੰ ਪਕਾਉਣਾ ਸ਼ੁਰੂ ਕਰ ਦਿੱਤਾ। ਅਕਾਲ ਪੁਰਖ ਇੱਕ ਹੈ, ਹਰ ਹਿਰਦੇ ਵਿੱਚ ਵਿਰਾਜਮਾਨ ਹੈ। ਔਰ ਯਾਦ ਰੱਖਿਓ ਦੂਜੇ ਚੋਂ ਰੱਬ ਦੇਖਣ ਵਾਸਤੇ ਵਿਤਕਰੇ ਸਾਰੇ ਛੱਡਣੇ ਪੈਂਦੇ ਨੇ। ਫਿਰ ਹੁਣ ਇਹਨੂੰ ਪਕਾਉਣਾ ਸ਼ੁਰੂ ਕਰ ਦਿੱਤਾ। ਦੂਜਾ ਦਿਨ ਲੰਘਿਆ, ਤੀਸਰਾ, ਚੌਥਾ, ਪੰਜਵਾਂ ਦਿਨ, ਹਫ਼ਤਾ ਭਰ ਸੇਵਾ ਕਰਦਾ ਰਿਹਾ। ਜਿੱਥੇ ਜਾਣਾ ਸਤਿਗੁਰੂ ਦੇ ਨਾਲ ਨਾਲ। ਸਤਿਗੁਰੂ ਨੇ ਕਿਸੇ ਸੇਵਾਦਾਰ ਨੂੰ ਸੇਵਾ ਕਹਿਣੀ, ਇਹਨੇ ਦੌੜ ਕੇ ਆਪ ਅੱਗੇ ਹੋ ਜਾਣਾ ਕਿ ਸਤਿਗੁਰੂ ਇਹ ਸੇਵਾ ਮੈਂ ਕਰ ਦਿੰਦਾ ਵਾਂ। ਔਰ ਦੋ ਹਫ਼ਤੇ 'ਚ ਇੰਨੀ ਨੇੜਤਾ ਹੋ ਗਈ ਸਤਿਗੁਰੂ ਪਾਤਸ਼ਾਹ ਦੇ ਨਾਲ। ਹੁਣ ਸਤਿਗੁਰੂ ਵੀ ਜਦੋਂ ਕੋਈ ਕੰਮ ਕਹਿੰਦੇ ਨੇ, ਭਾਈ ਜੱਗੇ ਨੂੰ ਹੀ ਆਵਾਜ਼ ਮਾਰਦੇ ਨੇ, ਜੱਗਿਆ ਫਲਾਣੀ ਚੀਜ਼ ਲੈ ਕੇ ਆ, ਜੱਗਿਆ ਫਲਾਣੀ ਚੀਜ਼ ਛੱਡ ਕੇ ਆ, ਜੱਗਿਆ ਫਲਾਣੀ ਸੇਵਾ ਕਰਕੇ ਆ। ਹੁਣ ਨਾਲ ਦੇ ਸੇਵਾਦਾਰ ਈਰਖਾ ਕਰਨ ਲੱਗ ਗਏ। ਕੱਲ ਆਇਆ ਸਤਿਗੁਰੂ ਦੇ ਇੰਨਾ ਨੇੜੇ ਹੋ ਗਿਆ, ਸਤਿਗੁਰੂ ਨੂੰ ਹੀ ਆਵਾਜ਼ ਦਿੰਦੇ ਨੇ, ਸਾਨੂੰ ਪੁੱਛਦੇ ਹੀ ਨਹੀਂ। ਸਾਡੀ ਤੇ ਵਕਤ ਘਟ ਜਾਏਗੀ, ਵੈਲਿਊ ਨਹੀਂ ਰਹੇਗੀ। ਔਰ ਸੇਵਾਦਾਰਾਂ ਦਾ ਵੀ ਕੰਪੀਟੀਸ਼ਨ ਹੁੰਦਾ ਹੈ, ਕੌਣ ਵੱਡਾ ਸੇਵਾਦਾਰ। ਹਰ ਚੀਜ਼ ਦਾ ਕੰਪੀਟੀਸ਼ਨ ਹੈ। ਜੇ ਹੰਕਾਰ ਦਾ ਕੰਪੀਟੀਸ਼ਨ ਹੈ, ਮੈਂ ਵੱਡਾ, ਦੂਜਾ ਕਹਿੰਦਾ ਮੈਂ ਤੇਰੇ ਤੋਂ ਵੀ ਵੱਡਾ। ਤੇ ਕਈ ਵਾਰੀ ਨਿਮਰਤਾ ਦਾ ਵੀ ਕੰਪੀਟੀਸ਼ਨ ਚੱਲ ਪੈਂਦਾ ਹੈ, ਮੈਂ ਤੁੱਛ, ਮੈਂ ਛੋਟਾ, ਦੂਜਾ ਆਖਦਾ ਮੈਂ ਤੇਰੇ ਤੋਂ ਵੀ ਛੋਟਾ। ਇੱਕ ਬੰਦਾ ਚਾਦਰ ਤੇ ਬਹਿੰਦਾ, ਦੂਜਾ ਜ਼ਮੀਨ ਤੇ ਬਹਿ ਜਾਂਦਾ, ਮੈਂ ਤੁਹਾਡੇ ਤੋਂ ਵੀ ਛੋਟਾ। ਤੀਜਾ ਉੱਠ ਕੇ ਉਹ ਜ਼ਮੀਨ 'ਚ ਟੋਵਾ ਪੁੱਟ ਕੇ ਬਹਿ ਜਾਂਦਾ, ਮੈਂ ਸਭ ਤੋਂ ਛੋਟਾ। ਨਿਮਰਤਾ ਦਾ ਵੀ ਕੰਪੀਟੀਸ਼ਨ ਚੱਲਦਾ ਹੈ, ਉਹਦੀ ਵੀ ਇੱਕ ਦੌੜ ਹੈ, ਇੱਕ ਮੁਕਾਬਲਾ ਹੈ। ਹੁਣ ਸੇਵਾਦਾਰਾਂ ਦਾ ਵੀ ਕੰਪੀਟੀਸ਼ਨ ਸੀ, ਮੈਂ ਵੱਡਾ ਸੇਵਾਦਾਰ, ਮੈਂ ਸਭ ਤੋਂ ਜ਼ਿਆਦਾ ਸੇਵਾ ਕਰਨ ਵਾਲਾ। ਉਹਨਾਂ ਸੇਵਾਦਾਰਾਂ ਨੇ ਕਿਹਾ ਜੱਗਿਆ ਤੂੰ ਦੂਰ ਰਿਹਾ ਕਰ ਸਤਿਗੁਰੂ ਤੋਂ, ਸਾਡੀ ਵੈਲਿਊ ਘੱਟ ਰਹੀ ਹੈ, ਸਾਨੂੰ ਪੁੱਛਦਾ ਹੀ ਕੋਈ ਨਹੀਂ ਹੈ। ਭਾਈ ਜੱਗਾ ਉਹਨਾਂ ਸੇਵਾਦਾਰ ਨੂੰ ਆਖਦੇ ਨੇ, ਗੁਰੂ ਕੇ ਸਿੱਖੋ ਤੁਸੀਂ ਕਿੱਡੇ ਭਾਗਾਂ ਵਾਲੇ ਹੋ, ਇੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ, ਅੱਗੋਂ ਵੀ ਪਤਾ ਨਹੀਂ ਕਿੰਨੇ ਸਾਲ ਸੇਵਾ ਕਰਨੀ ਹੈ। ਮੈਂ 3 ਕੁ ਮਹੀਨੇ ਲਈ ਆਇਆ, ਸੇਵਾ ਕਰਕੇ ਚਲੇ ਜਾਣਾ, ਇਹ 3 ਕੁ ਮਹੀਨੇ ਮੈਨੂੰ ਮੌਕਾ ਦੇ ਦਿਓ। ਕਹਿੰਦੇ ਨਹੀਂ ਤੂੰ ਬਹੁਤਾ ਨੇੜੇ ਨਾ ਹੋ ਸਤਿਗੁਰੂ ਦੇ, ਦੂਰ ਰਿਹਾ ਕਰ। 2-3 ਵਾਰ ਸਮਝਾਇਆ, ਫਿਰ 1-2 ਵਾਰ ਧਮਕੀਆਂ ਵੀ ਦਿੱਤੀਆਂ, 2-3 ਵਾਰ ਡਰਾਵੇ ਦਿੱਤੇ, ਤੂੰ ਬਾਜ਼ ਨਹੀਂ ਆਉਂਦਾ, ਫਿਰ ਸਤਿਗੁਰੂ ਦੇ ਨੇੜੇ ਜਾਣਾ, ਤੈਨੂੰ ਕਿੰਨੀ ਵਾਰ ਕਿਹਾ। ਧਮਕੀਆਂ ਵੀ ਦੇਣ ਲੱਗ ਪਏ। 1 ਮਹੀਨਾ ਹੋ ਗਿਆ। ਸਤਿਗੁਰੂ ਦੇ ਨਾਲ ਨਾਲ ਅੰਮ੍ਰਿਤ ਵੇਲੇ ਉੱਠਣ ਤੋਂ ਲੈ ਕੇ ਰਾਤ ਸਤਿਗੁਰੂ ਦੇ ਆਰਾਮਗਾਹ ਜਾਣ ਤੱਕ ਨਾਲ ਨਾਲ ਮਹੀਨਾ ਪਰ ਉਹ ਧਮਕੀਆਂ ਵੀ ਦਿੰਦੇ ਰਹੇ, ਡਰਾਵੇ ਵੀ ਦਿੰਦੇ ਰਹੇ। ਜਦੋਂ ਗੱਲ ਨਹੀਂ ਬਣੀ, ਅੰਮ੍ਰਿਤ ਵੇਲੇ ਭਾਈ ਜੱਗਾ ਉੱਠ ਕੇ ਬਾਹਰ ਆਇਆ। 5-7 ਸੇਵਾਦਾਰਾਂ ਨੇ ਘੇਰਾ ਪਾ ਲਿਆ। ਘੇਰਾ ਪਾ ਕੇ ਮਾਰਨਾ ਸ਼ੁਰੂ ਕਰ ਦਿੱਤਾ। ਮੁੱਕੇ ਮਾਰੇ ਨੇ, ਕਸੁੰਨ ਮਾਰੇ ਨੇ, ਜ਼ਮੀਨ ਤੇ ਸੁੱਟਿਆ, ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚੰਗੀ ਤਰ੍ਹਾਂ ਮਾਰਿਆ ਕੁੱਟਿਆ। ਭਾਈ ਜੱਗਾ ਬੇਹੋਸ਼ ਹੋ ਕੇ ਡਿੱਗ ਪਿਆ। ਉਹਦੇ ਬਸਤਰ ਫਟ ਗਏ, ਮੱਥੇ ਚੋਂ ਵੀ ਖੂਨ ਨਿਕਲਦਾ, ਮੂੰਹ ਚੋਂ ਵੀ ਖੂਨ ਨਿਕਲਦਾ, ਬਸਤਰ ਫਟੇ ਨੇ, ਬੇਹੋਸ਼ ਪਿਆ। ਥੋੜੇ ਚਿਰ ਤੱਕ ਹੋਸ਼ ਆਈ, ਕੀ ਦੇਖਿਆ ਸੂਰਜ ਨਿਕਲ ਆਇਆ, ਧੁੱਪ ਚੜ੍ਹ ਆਈ। ਸਤਿਗੁਰੂ ਪਾਤਸ਼ਾਹ ਤੇ ਤਿਆਰ ਹੋ ਕੇ ਦਰਬਾਰ ਸਾਹਿਬ ਵੀ ਪਹੁੰਚ ਗਏ ਹੋਣਗੇ, ਮੈਂ ਤੇ ਲੇਟ ਹਾਂ। ਉੱਠ ਕੇ ਦੌੜੇ ਦਰਬਾਰ ਵੱਲ ਨੂੰ। ਜਦੋਂ ਭਾਈ ਜੱਗਾ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਦੇ ਨੇੜੇ ਪਹੁੰਚਿਆ, ਦਰਵਾਜ਼ੇ ਤੱਕ ਪਹੁੰਚਿਆ, ਸਤਿਗੁਰੂ ਨੇ ਦੂਰੋਂ ਦੇਖਿਆ, ਕਹਿਣ ਲੱਗੇ ਜੱਗੇ ਆ ਗਏ, ਤੂੰ ਸੇਵਾ 'ਚ ਕਦੀ ਨਾਗਾ ਨਹੀਂ ਪਾਉਂਦਾ ਹੁੰਦਾ, ਅੱਜ ਕਿਵੇਂ ਨਾਗਾ ਪੈ ਗਿਆ। ਅਸੀਂ ਸੋਚਿਆ ਕਿਤੇ ਬਿਮਾਰ ਸ਼ਿਮਾਰ ਨਾ ਹੋਵੇ, ਕਿਤੇ ਸਿੰਘ ਭੇਜੇ ਸੀ ਤੇਰੀ ਸੇਵਾ ਲਈ, ਮਿਲੇ ਕਿ ਨਹੀਂ ਮਿਲੇ ਤੈਨੂੰ। ਜਦੋਂ ਭਾਈ ਜੱਗਾ ਥੋੜਾ ਹੋਰ ਅੰਦਰ ਆਇਆ, ਸਤਿਗੁਰੂ ਕੀ ਦੇਖਦੇ ਨੇ, ਬਸਤਰ ਫਟੇ ਹੋਏ ਨੇ, ਮੂੰਹ ਚੋਂ ਖੂਨ ਨਿਕਲ ਰਿਹਾ, ਮੱਥੇ ਚੋਂ ਖੂਨ ਨਿਕਲ ਰਿਹਾ। ਸਤਿਗੁਰੂ ਕਹਿਣ ਲੱਗੇ ਜੱਗਿਆ ਇਹ ਕੀ ਹੋਇਆ, ਕਿਹਨੇ ਮਾਰਿਆ ਈ ਤੈਨੂੰ, ਦੱਸ ਕਿਹਨੇ ਮਾਰਿਆ, ਅਸੀਂ ਸਜ਼ਾ ਦੇਵਾਂਗੇ ਉਹਨੂੰ। ਨਾਂ ਲੈ ਕਿਹਨਾਂ ਨੇ ਮਾਰਿਆ, ਜੇ ਤੈਨੂੰ ਨਾਂ ਨਹੀਂ ਆਉਂਦੇ ਸੇਵਾਦਾਰਾਂ ਦੇ, ਪਛਾਣ ਦੱਸ ਕਿਹਨਾਂ ਨੇ ਮਾਰਿਆ, ਅਸੀਂ ਸਜ਼ਾ ਦੇਵਾਂਗੇ। ਇਹ ਕਿਹਨੇ ਤੇਰੀ ਹਾਲਤ ਬਣਾਈ ਹੈ। ਭਾਈ ਜੱਗਾ ਨੇੜੇ ਆਏ, ਹੱਥ ਜੋੜ ਨਮਸਕਾਰ ਕੀਤੀ, ਕਹਿਣ ਲੱਗੇ ਸਤਿਗੁਰੂ
ਤੂੰ ਸੇਵਾ ਕਰਨ ਵਾਸਤੇ ਸਿੰਘ ਭੇਜੇ ਸੀ, ਉਹ ਸੇਵਾ ਕਰ ਗਏ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਹਨੇ ਹਾਲਤ ਕੀਤੀ, ਨਾਂ ਦੱਸ। ਕਹਿਣ ਲੱਗਾ ਨਾਂ ਤੇ ਜੀ ਪਤਾ ਨਹੀਂ। ਹੁਣ ਉਹ ਆਲੇ ਦੁਆਲੇ ਖੜੇ ਸਨ ਸਤਿਗੁਰੂ ਦੇ, ਥਰ ਥਰ ਕੰਬਣੇ ਸ਼ੁਰੂ ਹੋ ਗਏ। ਪਤਾ ਨਹੀਂ ਸੀ ਵੀ ਦਰਬਾਰ 'ਚ ਹੀ ਆ ਜਾਏਗਾ। ਉਹਨਾਂ ਸੋਚਿਆ ਐਵੇਂ ਡਰ ਡੁਰ ਕੇ ਦੌੜ ਜਾਏਗਾ, ਪਤਾ ਨਹੀਂ ਸੀ ਦਰਬਾਰ 'ਚ ਹੀ ਆ ਜਾਏਗਾ। ਉਹ ਥਰ ਥਰ ਕੰਬ ਰਹੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਂ ਨਹੀਂ ਪਤਾ, ਪਛਾਣ ਪਤਾ ਹੈ, ਪਛਾਣ ਲਏਗਾ? ਕਹਿਣ ਲੱਗਾ ਹਾਂ ਪਛਾਣ ਪੂਰੀ ਹੈ, ਪਛਾਣ ਲਵਾਂਗਾ। ਜਦੋਂ ਕਿਹਾ ਨਾ ਮੈਂ ਪਛਾਣ ਲਵਾਂਗਾ, ਉਹ ਸੇਵਾਦਾਰ ਹੋਰ ਕੰਬਣੇ ਸ਼ੁਰੂ ਹੋ ਗਏ। ਹੁਣ ਸਾਡੀ ਸ਼ਾਮਤ ਆ ਗਈ, ਹੁਣ ਸਤਿਗੁਰੂ ਸਾਨੂੰ ਸਜ਼ਾ ਦੇਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੱਸ, ਪਛਾਣ ਦੱਸ, ਕਿਹਨਾਂ ਨੇ ਮਾਰਿਆ, ਕਿਹੋ ਜੀ ਪਛਾਣ ਸੀ? ਕਹਿਣ ਲੱਗੇ ਸਤਿਗੁਰੂ ਸਾਰਿਆਂ ਨੇ ਤੇਰੇ ਵਾਂਗੂ ਚੋਲੇ ਪਾਏ ਹੋਏ ਸਨ, ਸਾਰਿਆਂ ਨੇ ਤੇਰੇ ਵਾਂਗੂ ਕਿਰਪਾਨਾਂ ਪਾਈਆਂ ਸਨ, ਸਾਰਿਆਂ ਦੇ ਤੇਰੇ ਵਾਂਗੂ ਪ੍ਰਕਾਸ਼ਮਾਨ ਦਾੜੇ ਸੀ, ਸਾਰਿਆਂ ਨੇ ਤੇਰੇ ਵਾਂਗੂ ਦਸਤਾਰਾਂ ਸਜਾਈਆਂ ਹੋਈਆਂ ਸਨ, ਸਾਰਿਆਂ ਦਾ ਤੇਰੇ ਵਰਗਾ ਹੀ ਰੂਪ ਸੀ। ਮੈਂ ਜਿੱਧਰ ਦੇਖਿਆ ਤੁਹਾਡਾ ਹੀ ਰੂਪ ਨਜ਼ਰ ਆਇਆ। ਮੈਂ ਕਿਵੇਂ ਪਛਾਣ ਦੱਸਾਂ? ਜਿੱਧਰ ਦੇਖਿਆ ਤੁਸੀਂ ਹੀ ਨਜ਼ਰ ਆਏ। ਸਤਿਗੁਰੂ ਮੈਨੂੰ ਤੇ ਲੱਗਦਾ ਸਿੰਘਾਂ 'ਚ ਵਰਤ ਕੇ ਤੁਸੀਂ ਸੇਵਾ ਕਰ ਗਏ ਹੋ। ਜਿਹਨੂੰ ਵੀ ਦੇਖਿਆ ਤੁਸੀਂ ਹੀ ਨਜ਼ਰ ਆਏ, ਤੁਹਾਡਾ ਹੀ ਰੂਪ ਨਜ਼ਰ ਆਇਆ। ਸਾਰੇ ਤੁਹਾਡੇ ਵਰਗੇ ਦਸਤਾਰਾਂ, ਤੁਹਾਡੇ ਵਰਗੇ ਦਾੜੇ, ਤੁਹਾਡੇ ਵਰਗੇ ਚੋਲੇ, ਜਿੱਧਰ ਦੇਖਿਆ ਤੁਹਾਡਾ ਹੀ ਰੂਪ ਨਜ਼ਰ ਆਇਆ। ਸਤਿਗੁਰੂ ਬਸ ਆਹ ਪਛਾਣ ਹੈ ਮੇਰੇ ਕੋਲ। ਸਤਿਗੁਰੂ ਕਲਗੀਧਰ ਪਾਤਸ਼ਾਹ ਉੱਠੇ, ਘੁੱਟ ਕੇ ਗਲਵਕੜੀ ਵਿੱਚ ਲਿਆ ਭਾਈ ਜੱਗੇ ਨੂੰ। ਜੱਗਿਆ, ਜਿਹੜਾ ਸਬਕ ਤੂੰ 3 ਮਹੀਨੇ 'ਚ ਪੂਰਾ ਕਰਨਾ ਸੀ, 1 ਮਹੀਨੇ 'ਚ ਪੂਰਾ ਕਰ ਲਿਆ। ਇੱਕ ਓੰਕਾਰ, ਉਹ ਇੱਕ ਹੈ ਤੇ ਸਾਰਿਆਂ ਵਿੱਚ ਹੈ। ਤੂੰ ਸਾਰਿਆਂ ਵਿੱਚੋਂ ਗੁਰ ਪਰਮੇਸ਼ਰ ਦੇਖਣ ਲੱਗ ਗਿਆ। ਤੇਰੀ ਅਵਸਥਾ ਹੋ ਗਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇਰਾ ਇੱਕ ਓੰਕਾਰ ਵਾਲਾ ਪਹਿਲਾ ਸਬਕ ਕੰਪਲੀਟ ਹੋ ਗਿਆ। ਅਸੀਂ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਜਾਂਦੇ ਹਾਂ, ਪਰ ਸਾਨੂੰ ਸਮਝ ਨਹੀਂ ਹੁੰਦੀ ਗੁਰੂ ਨੇ ਹੁਕਮ ਕੀ ਕੀਤਾ ਹੈ। ਨਹੀਂ ਤੇ ਇੱਕ ਓੰਕਾਰ ਹੀ ਸਾਡੇ ਜੀਵਨ ਦੇ ਵਿੱਚ ਆ ਜਾਏ, ਸਾਡਾ ਜੀਵਨ ਤਬਦੀਲ ਹੋ ਸਕਦਾ ਹੈ। ਅਜੇ ਤੇ ਪਹਿਲਾ ਲੈਸਨ ਹੀ ਨਹੀਂ ਸਿੱਖੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੱਗਾ ਤੇਰਾ ਪਹਿਲਾ ਸਬਕ ਇੱਕ ਓੰਕਾਰ ਪੂਰਾ ਹੋ ਗਿਆ। ਰੱਬ ਇੱਕ ਹੈ ਤੇ ਸਾਰਿਆਂ ਵਿੱਚ ਹੈ। ਜਿਹੜੀ ਗੱਲ ਤੂੰ 3 ਮਹੀਨਿਆਂ 'ਚ ਸਿੱਖਣੀ ਸੀ, 1 ਮਹੀਨੇ 'ਚ ਸਿੱਖ ਲਈ। ਹੁਣ ਇਹ ਇੱਕ ਓੰਕਾਰ ਵਾਲਾ ਸਬਕ ਲੈ ਕੇ ਆਪਣੇ ਗ੍ਰਸਥ ਜੀਵਨ ਵਿੱਚ ਚਲਾ ਜਾ। ਇਹ ਸਬਕ ਨਾ ਛੱਡੀ। ਤੂੰ ਆਪਣੀ ਪਤਨੀ 'ਚੋਂ ਰੱਬ ਦੇਖ, ਆਪਣੇ ਮਾਪਿਓ 'ਚੋਂ ਰੱਬ ਦੇਖ, ਆਪਣੀ ਸੱਸ ਸਹੁਰਾ 'ਚੋਂ ਰੱਬ ਦੇਖ, ਆਪਣੇ ਬੱਚਿਆਂ 'ਚੋਂ ਰੱਬ ਦੇਖ। ਜਦੋਂ ਉਹਨਾਂ 'ਚੋਂ ਰੱਬ ਦੇਖੇਗਾ ਫਿਰ ਤੂੰ ਪਾਪ ਨਹੀਂ ਕਰ ਸਕੇਗਾ। ਮਾਤਾ ਪਿਤਾ 'ਚੋਂ ਰੱਬ ਦੇਖੇਗਾ, ਬੁਢਾਪੇ 'ਚ ਠੋਕਰਾਂ ਮਾਰ ਕੇ ਛੱਡ ਕੇ ਨਹੀਂ ਜਾਏਗਾ, ਉਹਨਾਂ ਦੀ ਸੇਵਾ ਕਰੇਗਾ। ਬੱਚਿਆਂ 'ਚੋਂ ਰੱਬ ਦੇਖੇਗਾ, ਬੱਚਿਆਂ ਨੂੰ ਝੂਠ ਬੋਲਣਾ ਨਹੀਂ ਸਿਖਾਏਗਾ, ਉਹਨਾਂ ਨੂੰ ਚੰਗੇ ਗੁਣ ਦੇਗਾ। ਪਤਨੀ 'ਚੋਂ ਰੱਬ ਦੇਖੇਗਾ, ਪਤਨੀ ਨੂੰ ਧੋਖਾ ਨਹੀਂ ਦੇਗਾ। ਆਂਢ ਗੁਆਂਢ ਮਿੱਤਰਾਂ 'ਚੋਂ ਰੱਬ ਦੇਖੇਗਾ, ਉਹਨਾਂ ਦੀ ਮਦਦ ਕਰੇਗਾ, ਸੰਸਾਰ ਦੀ ਮਦਦ ਕਰੇਗਾ। ਕੀ ਹੋਏਗਾ? ਗ੍ਰਸਥ ਵਿੱਚ ਰਹਿੰਦਿਆਂ ਤੂੰ ਧਰਮੀ ਹੋ ਜਾਏਗਾ। ਆਹ ਇੱਕ ਓੰਕਾਰ ਵਾਲਾ ਸਬਕ ਯਾਦ ਰੱਖਿਓ। ਇਹ ਸਬਕ ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਉਦੋਂ ਵੀ ਦਿੱਤਾ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦੀਆਂ 4 ਲਾਵਾਂ ਦਾ ਸ਼ਬਦ ਜਦੋਂ ਪੜ੍ਹਦੇ ਆ, ਉਦੋਂ ਦੂਜੀ ਲਾਮ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਇਹੀ ਉਪਦੇਸ਼ ਕਰਦੇ ਨੇ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਹੋਮੈ ਮਹਿਲ ਗਵਾਇਆ ਬਲਰਾਮ ਜੀਓ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਭਰਪੂਰੇ। ਹਰ ਆਤਮਾ ਵਿੱਚ ਰਾਮ ਹੀ ਰਮਿਆ ਹੋਇਆ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਆਨੰਦ ਸ਼ਬਦ ਵਜਾਏ। ਜਦੋਂ ਦੂਜੇ 'ਚੋਂ ਰੱਬ ਦੇਖਣਾ ਸ਼ੁਰੂ ਹੋ ਜਾਏਗਾ, ਪਤੀ ਪਤਨੀ ਇੱਕ ਦੂਸਰੇ 'ਚੋਂ ਰੱਬ ਦੇਖਣਾ ਸ਼ੁਰੂ ਕਰ ਦੇਣਗੇ, ਉਦੋਂ ਫਿਰ ਇੱਕ ਦੂਜੇ ਨੂੰ ਧੋਖਾ ਨਹੀਂ ਦੇ ਸਕਣਗੇ। ਜਦੋਂ ਮਾਤਾ ਪਿਤਾ ਭੈਣ ਭਰਾ ਸੱਸ ਸਹੁਰੇ ਦੇ ਵਿੱਚੋਂ ਰੱਬ ਦੇਖਿਆ ਜਾਏਗਾ, ਜਦੋਂ ਆਂਢ ਗੁਆਂਢ ਵਿੱਚੋਂ ਰੱਬ ਦੇਖਿਆ ਜਾਏਗਾ, ਉਸ ਦਿਨ ਫਿਰ ਕੋਈ ਵੀ ਪਾਪ ਨਹੀਂ ਕਰ ਸਕਣਗੇ। ਇਹ ਗੁਣ ਸਾਡੇ ਜੀਵਨ ਵਿੱਚ ਆਨੰਦ ਲੈ ਆਉਂਦਾ ਹੈ। ਜਿਸ ਦਿਨ ਆਹ ਗੁਣ ਆ ਜਾਂਦਾ ਹੈ, ਉਸ ਦਿਨ ਫਿਰ ਰੱਬ ਪ੍ਰਗਟ ਹੋ ਜਾਂਦਾ ਹੈ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਜੀਵਨ ਵਿੱਚ ਫਲ ਆ ਗਿਆ, ਆਖਰੀ ਅਵਸਥਾ ਆ ਗਈ, ਆਨੰਦ ਪ੍ਰਗਟ ਹੋ ਗਿਆ। ਜਦੋਂ ਹਰੀ ਸੱਜਣ ਅੰਦਰ ਹੀ ਪ੍ਰਗਟ ਹੋ ਗਏ, ਹੁਣ ਸਾਰਿਆਂ 'ਚ ਦਿਸਣ ਲੱਗ ਗਏ। ਪਹਿਲਾਂ ਵੀ ਨਜ਼ਰ ਆਉਂਦੇ ਸਨ ਪਰ ਪ੍ਰਗਟ ਨਹੀਂ ਸੀ, ਹੁਣ ਪ੍ਰਗਟ ਹੋ ਗਏ। ਤੇ ਮਿਲਾਉਣ ਵਾਲਾ ਕੌਣ ਹੈ?
कहणगे गुरु दा ज्ञान संत सहाई राम के कर कृपा दिया मिलाए। संत सहाई राम के, संत मैंने मेरा गुरु संत राम दे मिलाप दे विच सहाई है। उस गुरु दे प्यारियां दी संगत विच आ बैठा, साध संगत विच बैठ गुरु तो ज्ञान लिया। उस गुरु ने ज्ञान दे के मैनूं परमेश्वर नाल मिला दिता। कर कृपा दिया मिलाए, उन्हें कृपा करके प्रभु नाल मिला दिता। सेज सुहावी सर्ब सुख हुण दुखा ना ही जाए। मेरी आत्मक सेज सुखी हो गई, हुण उत्थे दुखां नूं थां ही नहीं है। सारे ही सुख प्रगट हो गए जदों मेरे जीवन दे विच ऊच नीच दे वितकरे मुक गए, अडोलता आ गई, मन वचन कर्म विच इकसारता आ गई। उदों मेरे जीवन विच आत्मक सुख प्रगट हो गए, दुखां दी जगह बची नहीं। इच पुन्नी वडभागणी वर पाया हरि राए। मेरी इच्छा पूरी हो गई। ਵੱਡੇ ਭਾਗਾਂ वाली जीव स्त्री की इच्छा पूरी हो गई। उन्होंने उदा वर पति रब हरि प्रभु प्राप्त हो गया। मिल सैया मंगल गावही गीत गोविंद अलाए। हुण वो गुरमुख जन दे विच बैठ के, इत्थे सैया हुण है साध संगत गुरमुख जन। गुरु ने ज्ञान दिता, हुण गुरमुख जनां दे विच बैठ, साध संगत च बैठ के हुण ये जीव स्त्री रब्बी गुणां नूं गाउंदी है। ते गुणां नूं गाउण दा मतलब गुणां नूं इकट्ठे करके जीवन दे विच धारण करदी है। मिल सहिया मंगल गावही गीत गोविंद अलाए। उस परमेश्वर की सिफत सलाह दे गीत गाउंदी है। हर जिहा अवर न दिसई कोई दूजा लवे ना लाए। मेरा हरि रब वर्गा दूजा है ही कोई नहीं, दूजा उहदे नेड़े तेड़े भी नहीं, उही ते सारे संसार विच फैलिया होया है। हलत पलत सवारियोन नेचल दित्तियां जाए। उस प्रभु नाल जुड़ के जीव स्त्री का लोक परलोक सफल हो गया। उन्होंने नेचल अडोलता वाली अवस्था मिल गई। जाए मैंने जगह नेचल दित्ती जाए, वो अवस्था अडोल मिल गई जिहड़ी डोलदी नहीं है विकारां विच। हुण विकारां तो रहत अवस्था प्रगट हो गई। संसार सागर ते रखियन बोड़ न जन्मै ताए। परमेश्वर जी ने उन संसार दे विकारां दे सागर तो बचा लिया। हुण मुड़ ये जीव जन्मां दे विच भटकदा ही नहीं है। जिहवा एक अनेक गुण तरे नानक चरनी पाए। हे मेरे प्रभु कह, हे नानक ये गल कह कि हे मेरे प्रभु मेरी जुबान एक है, तेरे गुण अनेक ने। हाँ, तेरे चरनां नाल जुड़ के असी विकारां दे सागर तो तर जांदे हाँ। फल गुण नित सलाही है जिसनों तिल ना तमाए। आत्मक जीवन की उस अवस्था फगण दे विच उस प्रभु नूं रोज़ ही सलाउणा चाहिदा है जिन्हों तिल जिन्ना भी लालच नहीं है। जदों प्रभु की अभेदता मिल जाती है फिर सार की निकलता है। जिन जिन नाम त्याया तिन के काज सरे। जिन्हां ने परमेश्वर के नाम नूं त्या लिया, भाव नाम के गुणां नूं जीवन विच धारण कर लिया, तिन के काज सरे, उन्हां दे कारज रास हो गए। वो कारज किहड़ा है? प्रभु मिलाप दा, सहज अडोलता दा, सच विच जीउण दा। तिन के काज सरे हर गुर पूरा आराध्या दरगह सच खरे। हुण हरि गुरु पूरे नूं दे राही हरि नूं आराध लिया। पूरे गुरु के ज्ञान सदका उस प्रभु नूं सिमरिया आराध्या, भाव रब्बी गुणां नूं जीवन विच धारिया। दरगह सच खरे, वो मालक के दरबार दे विच सच्चे खरे खालस जिहड़े ने वो प्रगट नज़र आउंदे ने। सर्ब सुखां नित चरण हर भौजल बिखम तरे। सारे ही सुख नित मैंने सारे ही खजाने उस प्रभु जी के चरणों के विचों प्राप्त हो गए। उहदे चरणों नाल जुड़िया ये जीव विकारां दे औखे सागर तो तर गए। प्रेम भगत तिन पाइया विखिया नहीं जरे। जिन्हां ने प्रेम की भगती प्राप्त कर ली, उस प्रेम भगती नाल जुड़ के हुण विषया विकारां की अग विच सड़दे नहीं। कूड़ गए दुबदा नसी पूर्ण सच भरे। उन्हां दे जीवन विचों झूठ खत्म हो गया। दुबदा मेर तेर वितकरे मुक गए। पूर्ण सच भरे, पूर्ण सच दे नाल भरे गए। उन्हां दे अंदर बाहर सच ही है। वो सच के आधार तो हुण जीवन नूं जिउंदे ने। उन्हां दे ज़बान ते भी सच है, उन्हां दे हिरदे दे विच भी सच है, उन्हां दी सोच विच, उन्हां दे कर्मां दे विच सच है। जदों सच नाल जुड़ गए, पूर्ण सच भरे पार ब्रह्म प्रभ सेम दे मन अंदर एक तरे। हुण अपने मन विच केवल एक प्रभु नूं टिका के उस प्रभु दे गुणां दे नाल, उहदे सिमरन दे नाल जुड़ गए। महान दिवस मूरत भले जिसको नदर करे। जिस गुरुमुख के उपर परमेश्वर मेहर भरी दृष्टि करता है, उहदे सारे महीने दिन मूर्त सारे ही सफल हो जाते हैं। नानक मंगै दरसदान कृपा करो हरे। पंजवें गुरु नानक पातशाह
ये गल मंगते ने, हे मेरे प्रभु जीओ मैनू भी कृपा करके अपने दर्शनों का दान दे दिओ। हे हरि मेरे ते भी कृपा कर दिओ, मैं भी इन्हां पौड़ियां दे विचों गुजर के 11 पौड़ियां चों गुजर के 12वीं अवस्था ते पहुँच सकां। अखीर ते एक बेनती की, मालक जी मेरे ते भी कृपा कर दिओ, मैनू भी प्रभु का मिलाप हो जाए, मेरा भी जीवन दे विच मेरे जीवन विच भी आप जी प्रगट हो सको। नानक मंगया दरसदान कृपा करो हरि। हे हरि मेरे ते कृपा करो, मैं भी दर्शनां दा दान मंगदा हाँ। ये वो 12 अवस्थावां ने जिन्हां विचों गुजर के जीव प्रभु तक पहुँचता है। 11 महीने 11 पौड़ियां ने ते 12वीं फिर मंजिल है, वो है प्रभु का मिलाप जिहड़ा हर हिरदे विच है, वो फिर प्रगट हो जाता है। सतगुरु कृपा करन असीं भी अपने आत्मिक जीवन विच एक एक महीना लिया के फलगण के महीने तक पहुँच सकीए। चेत तो साडा जीवन शुरू हो जाए, फलगुण तक सानू ये मंजिल प्राप्त हो सके। ये लोक सुखीए परलोक सुहेले, नानक हर प्रभु आपे मेले होइयां भुल्लां खिमा करनिया जी। कोटान कोट धन्नवाद साहिब श्री गुरु ग्रंथ साहिब जी का, समूह साध संगत का, प्रबंधक जनां का, जिन्हां सदका आप के दर्शन हुए, अते नाल ही सत्कारयोग ज्ञानी अमरीक सिंह जी, मेरे सत्कारयोग भाई साहब भाई परमजीत सिंह जी, वीर जी भरत सिंह जी, धर्म सिंह जी, इन्हां सारियां दा तहे दिलों धन्नवाद जिन्हां ने बेहद मान प्यार सत्कार इत्थे दिता। हर पक्षों मदद की, सहायता की, कोई कमी नहीं आउण दित्ती। जिथे मान सत्कार दिता उत्थे नाल नाल हर पक्षों सहायता भी की, किसी चीज़ की तोट नहीं आई। तो इत्थे साध संगत वालों भी बेहद मान प्यार सत्कार मिलिया, जिहड़ा मैं कदी भी नहीं भुल सकदा। हमेशा ही तुहाडा एहसानमंद ऋणी रहांगा। सतगुरु कृपा करन फिर कदी मौका बढ़िया आप जी के दर्शन होणगे। होइयां भुल्लां खिमा करनियां जी। मिल के फतेह बुलाओ। वाहिगुरू जी का खालसा वाहिगुरू जी की फतेह।